सतनाम श्री वाहिगुरु साहिब जीओ। वाहिगुरु साहिब जीओ। श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हरि कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। सतगुर मम बेरी कटहो निज बेरी परचार। इस बेरी हुआ भव सुफल बिन बेरी कर पार। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम वाहिगुरु साहिब जी। कवित बान जिम लक्ष पर वीर भद्र दस पर। नदी मद मछ पर दास जाल पान है। कवित बान जिम लक्ष पर वीर भद्र दस पर। वाहिगुरु जी का खालसा वाहिगुरु जी की फतेह। पतित पावन भगत वशल करुणा निधान दीन दुनिया के मालक धन धन सतगुरु श्री गुरु ग्रंथ साहिब महाराज जी की पावन पवित्र हजूरी अंदर गोद अंदर जुड़े बैठे गुरु प्यारे गुरु सवारे सतसंगी जनों। ਆਪਾਂ ਸਾਰੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜਨ ਦਾ ਸੋਹਣਾ ਸੁਭਾਗਾ ਸਮਾਂ ਅਵਸਰ ਪ੍ਰਾਪਤ ਹੋ ਰਿਹਾ ਹੈ ਜੀ। ਸੋ ਆਪਣੇ ਸਥਾਨਾਂ ਦੀ ਮਰਿਆਦਾ ਅਨੁਸਾਰ ਜਿਵੇਂ ਕਿ ਧੰਨ ਧੰਨ ਸ਼ਹੀਦ ਬਾਬਾ ਨੱਥੂ ਜੀ ਦੇ ਸਥਾਨਾਂ 'ਤੇ ਲੜੀਵਾਰ ਹਰ ਰੋਜ਼ ਗੁਰ ਇਤਿਹਾਸ ਦੀ ਕਥਾ ਚੱਲਦੀ ਉਹਦਾ ਸਮਾਂ ਹੋਇਆ। ਸੋ ਪਿਆਰਿਓ, ਪਿਛਲੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗੋਪਾਲ ਪੰਧ ਜੀ ਦੇ ਪਾਸ ਵਿਦਿਆ ਦੀ ਪ੍ਰਾਪਤੀ ਦੇ ਵਾਸਤੇ ਗਏ। ਪਿਤਾ ਜੀ ਛੱਡ ਕੇ ਆਏ। ਪਹਿਲੇ ਦਿਨ ਸਤਿਗੁਰੂ ਜੀ ਨੇ ਬਹੁਤ ਜ਼ਿਆਦਾ ਸੋਹਣਾ ਪੜ੍ਹਿਆ। ਦੂਸਰੇ ਦਿਨ ਜਦੋਂ ਫਿਰ ਛੱਡ ਕੇ ਆਏ ਤਾਂ ਮਹਾਰਾਜ ਸਾਹਿਬ ਜੀ ਨੇ ਕੋਈ ਰੁਚੀ ਨਾ ਵਿਖਾਈ, ਉਵੇਂ ਬੈਠੇ ਰਹੇ। ਗੋਪਾਲ ਪੰਧ ਜੀ ਦੇ ਵਾਰ-ਵਾਰ ਕਹਿਣ 'ਤੇ ਫਿਰ ਗੁਰੂ ਮਹਾਰਾਜ ਨੇ ਇੱਕ ਸਵਾਲ ਕੀਤਾ ਕਿ ਪੰਧਾ ਜੀ ਦੱਸੋ
ਇਹ ਜਿਹੜੀ ਤੁਸੀਂ ਵਿੱਦਿਆ ਪੜ੍ਹਾ ਰਹੇ ਹੋ, ਜੋ ਲੇਖਾ ਜੋਖਾ ਸਿਖਾ ਰਹੇ ਹੋ, ਇਹ ਲੇਖਾ ਸਿੱਖਣ ਦੇ ਨਾਲ ਕੀ ਗੱਲ ਪਰਲੋਕ ਦਾ ਲੇਖਾ ਨਿਬੜ ਜਾਵੇਗਾ, ਹਿਸਾਬ ਮੁੱਕ ਜਾਵੇਗਾ। ਜਦ ਸੁਣਿਆ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਕੇ ਕਹਿੰਦਾ ਜੀ ਜਿਹੜੀ ਮੈਂ ਵਿੱਦਿਆ ਪੜ੍ਹਾਉਣਾ ਪਿਆ ਉਹ ਇਸ ਲੋਕ ਵਿੱਚ ਹੀ ਕੰਮ ਆਵੇਗੀ। ਪਰ ਬਹੁਤ ਅਚਰਜ ਹੋਇਆ, ਹੈਰਾਨ ਹੋਇਆ ਕਿ ਗੱਲ ਕੀ ਬਣੀ ਵੀ ਇਹ ਅਗੰਮੀ ਬਚਨ ਕਿਵੇਂ ਕਰਨ ਲੱਗ ਪਏ। ਫਿਰ ਮਨ ਵਿੱਚ ਸ਼ਰਧਾ ਆਈ, ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਦੱਸੋ ਕਿਹੜੀ ਪੜ੍ਹਾਈ ਪੜ੍ਹਨੀ ਚਾਹੀਦੀ ਹੈ ਜਿਹਦੇ ਕਰਕੇ ਪਰਲੋਕ ਦਾ ਲੇਖਾ ਨਿਬੜੇ। ਤਾਂ ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਆਖਿਆ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਇਹ ਸੰਪੂਰਨ ਸ਼ਬਦ ਸਤਿਗੁਰਾਂ ਨੇ ਉਚਾਰਨ ਕਰਕੇ ਪਾਂਧਾ ਜੀ ਦੇ ਤਾਈ ਸਾਰ ਸੰਗਤ ਦੀ ਸਿੱਖਿਆ ਦੇਣਾ ਕੀਤੀ। ਬਾਅਦ ਦੇ ਵਿੱਚ ਸਾਰ ਸੰਗਤ ਜੀ ਉਹ ਜਦੋਂ ਗੁਰੂ ਸਾਹਿਬ ਜੀ ਘਰ ਦੇ ਵਿੱਚ ਸ਼ਾਮ ਹੋਣ ਤੋਂ ਪਹਿਲਾਂ ਹੀ ਆ ਗਏ ਅਤੇ ਉਸ ਵੇਲੇ ਮਾਤਾ ਜੀ ਕਹਿਣ ਲੱਗੇ, ਪੁੱਤਰ ਤੂੰ ਅੱਜ ਪਹਿਲਾਂ ਹੀ ਆ ਗਿਆ ਪਾਠਸ਼ਾਲਾ ਦੇ ਵਿੱਚੋਂ, ਕੀ ਕਾਰਨ ਹੈ? ਤੇਰੇ ਪਿਤਾ ਜੀ ਤੈਨੂੰ ਨਾਰਾਜ਼ ਹੋਣਗੇ ਜਦੋਂ ਘਰੇ ਆਏ। ਜਦੋਂ ਸਾਰ ਸੰਗਤ ਜੀ ਬਾਬਾ ਮਹਿਤਾ ਕਾਲੂ ਜੀ ਆਏ, ਗੋਪਾਲ ਪਾਂਧਾ ਜੀ ਪਾਸ ਸਤਿਗੁਰਾਂ ਨੂੰ ਨਾਲ ਲੈ ਕੇ ਗਏ ਤਾਂ ਅੱਗੋਂ ਹੱਥ ਜੋੜ ਕੇ ਗੋਪਾਲ ਪਾਂਧਾ ਜੀ ਕਹਿਣ ਲੱਗੇ, ਬਿਨ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਨ ਹਾਰ। ਇਹ ਤੁਹਾਡੇ ਬੱਚੇ ਨੂੰ ਪੜ੍ਹਾਉਣ ਦੀ ਜ਼ਰੂਰਤ ਕੋਈ ਨਹੀਂ, ਇਹ ਪੜ੍ਹਾਉਣ ਤੋਂ ਬਿਨਾਂ ਆਪਣੇ ਆਪ ਹੀ ਪ੍ਰਮਾਤਮਾ ਵੱਲੋਂ ਪੜ੍ਹ ਰਹੇ ਨੇ ਅਤੇ ਦੂਜਿਆਂ ਨੂੰ ਪੜ੍ਹਾਉਣ ਵਾਲੇ ਹਨ। ਸੋ ਸਾਰ ਸੰਗਤ ਜੀਓ, ਜਿਹੜੇ ਬਚਨ ਕੀਤੇ, ਸਾਰੀ ਗੱਲਬਾਤ ਦੱਸੀ ਤਾਂ ਸਤਿਗੁਰੂ ਜੀ ਦੇ ਪਿਤਾ ਜੀ ਬਹੁਤ ਹੈਰਾਨ ਹੋਏ। ਇੱਕ ਦਿਨ ਦੀ ਗੱਲਬਾਤ ਹੈ ਕਿ ਸਤਿਗੁਰੂ ਮਹਾਰਾਜ ਜੀ ਬੱਚੇ ਬਾਲ ਲੀਲਾ ਕਰਦੇ ਪਏ ਸਨ। ਕੁਝ ਕਾਗਜ਼ ਇਕੱਠੇ ਕਰਕੇ ਅਤੇ ਜਿਵੇਂ ਪੋਥੀ ਸਭ ਹੁੰਦੀ ਹੈ, ਇਸ ਤਰੀਕੇ ਦੇ ਨਾਲ ਸਾਰ ਸੰਗਤ ਜੀ ਉਹ ਮਹਾਰਾਜ ਜੀ ਬੱਚਿਆਂ ਦੇ ਨਾਲ ਬਚਨ ਕਰਦੇ ਪਏ ਸਨ। ਪਿਤਾ ਜੀ ਆਏ, ਪੁੱਛਿਆ ਕਿ ਪੁੱਤਰ ਜੀ ਕੀ ਕਰਦੇ ਪਏ ਹੋ? ਆਖਿਆ, ਪਿਤਾ ਜੀ ਮੈਂ ਸਬਤ ਸਲੋਕੀ ਗੀਤਾ ਜਿਹੜੀ ਇਹ ਪੜ੍ਹਦਾ ਪਿਆ ਅਤੇ ਦਿਲ ਦੇ ਵਿੱਚ ਪੱਕਾ ਨਿਸ਼ਚਾ ਕਰਨ ਵਾਸਤੇ ਕਿ ਵਾਕਈ ਸਬਤ ਸਲੋਕੀ ਗੀਤਾ ਪੜ੍ਹਦੇ ਨੇ ਕਿ ਉਹੀਓ ਕਹਿੰਦੇ ਨੇ। ਅਤੇ ਆਖਿਆ ਵੀ ਪੁੱਤਰ ਮੈਨੂੰ ਸੁਣਾਉਣਾ ਕਰ। ਤਾਂ ਸਤਿਗੁਰੂ ਮਹਾਰਾਜ ਜੀ ਨੇ ਸਾਰੀ ਦੀ ਸਾਰੀ ਸਬਤ ਸਲੋਕੀ ਗੀਤਾ ਸੁਣਾਉਣਾ ਕੀਤੀ, ਰਸਨਾ ਤੋਂ ਜ਼ਬਾਨੀ ਅਤੇ ਨਾਲੇ ਸਾਰ ਸੰਗਤ ਦੀ ਅਰਥ ਕਰਕੇ ਸੁਣਾਏ। ਦਿਲ ਦੇ ਵਿੱਚ ਖਿਆਲ ਆਇਆ ਕਿ ਮਨਾ ਵਾਕਈ ਇਹਨਾਂ ਦੇ ਉੱਪਰ ਪਰਮੇਸ਼ਰ ਦੀ ਬਹੁਤ ਕਿਰਪਾ ਹੈ। ਦਿਲ ਬਹੁਤ ਖੁਸ਼ ਹੋਇਆ। ਪਰ ਬਾਬਾ ਮਹਿਤਾ ਕਾਲੂ ਜੀ ਦਾ ਦਿਲ ਹੈ ਜਿਹੜਾ ਉਹ ਸ਼ਰਧਾ ਤੋਂ ਸੁੱਖਣਾ ਹੀ ਹੈ, ਹਿਰਦੇ ਵਿੱਚ ਉਹ ਸ਼ਰਧਾ ਨਹੀਂ ਆਈ। ਆ ਕੇ ਮਾਤਾ ਜੀ ਨੂੰ ਦੱਸਿਆ ਅਤੇ ਨਾਲ ਹੀ ਆਖਿਆ ਵੀ ਹੁਣ ਤਾਂ ਬਹੁਤ ਜ਼ਿਆਦਾ ਇਹਨਾਂ ਦੀ ਮੱਤ ਹੈ, ਬਹੁਤ ਵਿਦਵਾਨਾਂ ਵਰਗਾ ਇਹਨਾਂ ਦਾ ਗਿਆਨ ਧਿਆਨ ਹੈ। ਜਦੋਂ ਵੱਡਾ ਹੋ ਗਿਆ ਕੀ ਪਤਾ ਵੀ ਕਿਹੋ ਜਿਹਾ ਇਹਨਾਂ ਦਾ ਜੀਵਨ ਹੋਵੇ। ਤਾਂ ਸਾਰ ਸੰਗਤ ਦੀ ਇਸ ਤਰੀਕੇ ਦੇ ਨਾਲ ਆਪਣਾ ਪਿਤਾ ਜੀ ਨੇ ਮਾਤਾ ਜੀ ਦੇ ਤਾਈਂ ਆਖਣਾ ਕੀਤਾ। ਸਤਿਗੁਰੂ ਜੀ ਬੱਚਿਆਂ ਨਾਲ ਖੇਡਣ ਵਾਸਤੇ ਜਾਂਦੇ ਨੇ, ਬਾਲ ਲੀਲਾ ਕਰਦੇ ਨੇ। ਸੋ ਆਪਾਂ ਪਿਆਰਿਓ ਇਹ ਕਥਾ ਸਰਵਣ ਕਰਕੇ ਪਿਛਲੇ ਦੀਵਾਨਾਂ ਵਿੱਚ ਲਾਹਾ ਪ੍ਰਾਪਤ ਕੀਤਾ ਸੀ। ਸੋ ਆਓ ਹੁਣ ਆਪੋ ਆਪਣੀ ਸੁਰਤੀ ਵਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜੋੜੀਏ, ਪਿਆਰ ਦੇ ਨਾਲ ਅੱਗੇ ਕਥਾ ਸਰਵਣ ਕਰਕੇ ਲਾਹਾ ਲਈਏ ਜੀ। ਪਵਿੱਤ ਬਾਣ ਜਿਮ ਲਛ ਪਰ ਵੀਰ ਭਦਰ ਦਛ ਪਰ। ਕਵੀ ਦੀ ਅਗਲਾ ਪ੍ਰਸੰਗ ਆਰੰਭ ਕਰਨ ਤੋਂ ਪਹਿਲਾਂ ਸਾਰ ਸੰਗਤ ਜੀਓ, ਗੁਰੂ ਕਾ ਸਿੱਖ ਹੈ ਜੋ ਅਤੇ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਪ੍ਰਤੀ ਕੀ ਫਰਜ਼ ਹੈ ਅਤੇ ਸਿੱਖ ਦਾ ਗੁਰੂ ਦੇ ਪ੍ਰਤੀ ਕੀ ਫਰਜ਼ ਹੈ, ਉਹ ਸਾਰ ਸੰਗਤ ਜੀਓ ਇਹ ਮੰਗਲ ਦੇ ਵਿੱਚ ਦੱਸਦੇ ਨੇ, ਗੁਰਸਿੱਖ ਦਾ ਮੰਗਲ ਕਰਦੇ ਨੇ। ਅਤੇ ਗੁਰੂ ਸਾਹਿਬ ਜੀ ਨੇ ਜਿਵੇਂ ਬਾਣੀ ਵਿੱਚ ਬਚਨ ਕੀਤਾ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਸਿੱਖ ਦਾ ਸਾਰ ਸੰਗਤ ਜੀਓ ਮਨ ਹੈ ਜਿਹੜਾ ਬੰਧਨਾਂ ਵਿੱਚ ਫਸਿਆ ਹੋਇਆ। ਗੁਰੂ ਮਹਾਰਾਜ ਦਾ ਇਹ ਫਰਜ਼ ਹੈ ਵੀ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖ ਦੇ ਸਾਰੇ ਬੰਧਨ ਕੱਟ ਦਿੰਦੇ ਹਨ।
ਤੇ ਗੁਰੂ ਕੇ ਸਿੱਖ ਦਾ ਕੀ ਫਰਜ਼ ਹੈ ਵੀ ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਗੁਰੂ ਕਾ ਸਿੱਖ ਹੈ ਜਿਹੜਾ ਉਹ ਵਿਕਾਰਾਂ ਤੋਂ ਹਟ ਜਾਂਦਾ ਹੈ, ਮੁੱਖ ਮੋੜ ਲੈਂਦਾ ਹੈ। ਸੋ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਿਮਰਦੈ ਸਦ ਗਾਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ। ਇਹ ਸਿੱਖ ਦਾ ਸਾਰ ਸੰਤ ਦੀ ਗੁਰੂ ਦੇ ਪ੍ਰਤੀ ਫਰਜ਼ ਹੈ। ਸੋ ਕਵੀ ਜੀ ਹੁਣ ਉਹ ਮੁੱਢ ਤੋਂ ਸਾਰ ਸੰਤ ਦੀ ਬਿਆਨ ਕਰਦੇ ਨੇ ਕਿ ਬਾਣ ਜਿਮ ਲੱਛ ਪਰ, ਜਿਵੇਂ ਆਪਾਂ ਨਿਸ਼ਾਨੇ ਦੇ ਉੱਤੇ ਤੀਰ ਮਾਰਨਾ ਕਰੀਏ ਤੇ ਤੀਰ ਜਦੋਂ ਨਿਸ਼ਾਨੇਬਾਜ਼ ਮਾਰੇ ਤਾਂ ਨਿਸ਼ਾਨਾ ਫੁੰਡਿਆ ਜਾਂਦਾ, ਨਿਸ਼ਾਨਾ ਆਪਣੇ ਆਪ ਹੀ ਭੇਦਿਆ ਜਾਂਦਾ ਹੈ। ਜਿਵੇਂ ਤੀਰ ਆ ਜਿਹੜਾ ਸਿੱਧਾ ਨਿਸ਼ਾਨੇ ਤੇ ਜਾ ਕੇ ਵੱਜਦਾ ਹੈ ਵੀਰ ਭੱਦਰ ਦਸ ਪਾਰ, ਤੇ ਜਿਵੇਂ ਵੀਰ ਭੱਦਰ ਸਾਰ ਸੰਤਰੀ ਇੱਕ ਬੜਾ ਤਗੜਾ ਦੈਂਤ ਹੋਇਆ ਸੀ, ਉਹਨੇ ਦਛ ਪ੍ਰਜਾਪਤ ਦੇ ਉੱਤੇ ਚੜ੍ਹਾਈ ਕਰਨਾ ਕੀਤੀ ਸੀ। ਕਹਿੰਦੇ ਦਛ ਪ੍ਰਜਾਪਤ ਜਿਹੜਾ ਰਾਜਾ ਸੀ ਨਾ, ਉਹਦੀਆਂ ਬਹੁਤ ਜ਼ਿਆਦਾ ਪੁੱਤਰੀਆਂ ਸਨ। ਸੋ ਥਾਂ ਥਾਂ 'ਤੇ ਵਿਆਹੁਣਾ ਕੀਤੀਆਂ ਤੇ ਇੱਕ ਪੁੱਤਰੀ ਜਿਹੜੀ ਸੀ ਸਾਰ ਸੰਤਰੀ, ਉਹਨੇ ਸ਼ਿਵਜੀ ਜੀ ਨੂੰ ਵਿਆਹੁਣਾ ਕੀਤੀ ਪਾਰਬਤੀ। ਹੋਇਆ ਕਿ ਇੱਕ ਵਾਰ ਦੀ ਗੱਲਬਾਤ ਹੈ ਵੀ ਦਛ ਪ੍ਰਜਾਪਤ ਰਾਜ ਨੇ ਯੱਗ ਕੀਤਾ, ਸਾਰਿਆਂ ਨੂੰ ਬੁਲਾ ਲਿਆ ਪਰ ਸ਼ਿਵਜੀ ਨੂੰ ਨਾ ਬੁਲਾਇਆ। ਤੇ ਲੜਕੀ ਆ ਗਈ ਪਾਰਬਤੀ। ਜਦੋਂ ਪਾਰਬਤੀ ਆਏ ਤੇ ਮਨ ਵਿੱਚ ਗੁੱਸਾ ਤਾਂ ਸੀ ਕਿ ਮੇਰੇ ਪਤੀ ਨੂੰ ਨਹੀਂ ਬੁਲਾਇਆ, ਪਰ ਹਿਸਾਬ ਦਾ ਸੀ। ਹੋਇਆ ਕਿ ਉੱਤੋਂ ਇੱਕ ਬੇਅਦਬੀ ਹੋਰ ਕਰ ਦਿੱਤੀ ਦਛ ਪ੍ਰਜਾਪਤ ਰਾਜੇ ਨੇ ਵੀ ਜਦੋਂ ਸਾਰਿਆਂ ਦਾ ਉਹਨੇ ਵੱਖੋ ਵੱਖਰਾ ਹਿੱਸਾ ਕੱਢਣਾ ਕੀਤਾ, ਛਾਂਦਾ ਕੱਢਿਆ ਤੇ ਸ਼ਿਵਜੀ ਦਾ ਨਾ ਕੱਢਿਆ। ਜਦੋਂ ਵੇਖਿਆ ਵੀ ਸਾਰਿਆਂ ਦਾ ਛਾਂਦਾ ਕੱਢ ਦਿੱਤਾ, ਮੇਰੇ ਪਤੀ ਦਾ ਨਹੀਂ ਕੱਢਿਆ, ਤੇ ਪਾਰਬਤੀ ਨੂੰ ਇਸ ਚੀਜ਼ ਦਾ ਬੜਾ ਦੁੱਖ ਲੱਗਿਆ। ਉਹਨੇ ਫਿਰ ਦੁਖੀ ਹੋ ਕੇ ਨਾ ਅੱਖਾਂ 'ਚ ਹੰਝੂ ਲਿਆ ਕੇ ਤੇ ਫਿਰ ਸਾਰ ਸੰਤ ਜੀ ਉਹ ਸ਼ਿਵਜੀ ਨੂੰ ਚੇਤੇ ਕੀਤਾ, ਆਖਿਆ ਕਿ ਇਸ ਤਰੀਕੇ ਨਾਲ ਤੇਰੀ ਬੇਅਦਬੀ ਹੋਈ ਹੈ, ਮੇਰੇ ਕੋਲ ਸਹਾਰੀ ਨਹੀਂ ਜਾਂਦੀ ਗੀ, ਝੱਲੀ ਨਹੀਂ ਜਾਂਦੀ। ਹੋਇਆ ਕਿ ਜਦੋਂ ਸ਼ਿਵਜੀ ਨੂੰ ਅਰਾਧਿਆ ਤੇ ਸ਼ਿਵਜੀ ਦੀ ਸਾਰ ਸੰਤ ਜੀ ਗੁੱਸੇ ਦੇ ਵਿੱਚ ਆ ਗਏ ਤੇ ਗੁੱਸੇ ਦੇ ਵਿੱਚ ਆ ਕੇ ਉਹਨੇ ਫਿਰ ਆਪਣੀਆਂ ਜਿਹੜੀਆਂ ਜਟਾਵਾਂ ਸਨ ਉਹਨਾਂ ਨੂੰ ਝੰਡਿਆ। ਜਦੋਂ ਹਿਲਾਇਆ ਤੇ ਵਿੱਚੋਂ ਕਹਿੰਦੇ ਇੱਕ ਸੂਰਮਾ ਨਿਕਲਿਆ ਜਿਹਦਾ ਨਾਮ ਸੀ ਵੀਰ ਭੱਦਰ, ਦੈਂਤ ਨਿਕਲਿਆ। ਉਹ ਦੈਂਤ ਨੇ ਫਿਰ ਸਾਰ ਸੰਤ ਜੀ ਜੰਗ ਕੀਤਾ ਦਛ ਪ੍ਰਜਾਪਤ ਰਾਜੇ ਦੇ ਨਾਲ, ਉਹ ਟੁੱਟ ਕੇ ਪੈ ਨਿਕਲਿਆ। ਜਦੋਂ ਦਛ ਪ੍ਰਜਾਪਤ ਰਾਜੇ ਨੇ ਜੰਗ ਕੀਤਾ ਤੇ ਦਛ ਪ੍ਰਜਾਪਤ ਰਾਜਾ ਇਸ ਜੰਗ ਵਿੱਚ ਮਾਰਿਆ ਗਿਆ। ਸੋ ਕਵੀ ਜੀ ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਵੀ ਵੀਰ ਭੱਦਰ ਦਛ ਪਰ, ਜਿਵੇਂ ਵੀਰ ਭੱਦਰ ਜਿਹੜਾ ਦੈਂਤ ਸੀ ਉਹ ਦਛ ਪ੍ਰਜਾਪਤ ਰਾਜੇ ਦੇ ਉੱਤੇ ਪਿਆ। ਨਦੀ ਮਦ ਮਛ ਪਰ ਦਾਸ ਜਾਲ ਪਾਨ ਹੈ। ਜਿਵੇਂ ਨਦੀ ਦੇ ਵਿੱਚ ਮੱਛਾਂ ਦੇ ਉੱਤੇ ਜਿਹੜਾ ਦਾਸ ਕਹਿੰਦੇ ਨੇ ਝਿਆਉਰ ਨੂੰ, ਝੀਵਰ ਨੂੰ, ਜਿਹੜਾ ਜਾਲ ਪਾ ਕੇ ਮੱਛੀਆਂ ਫੜਨ ਵਾਲਾ ਹੁੰਦਾ। ਸੋ ਸਾਰ ਸੰਤ ਜੀ ਕਵੀ ਜੀ ਕਹਿੰਦੇ ਵੀ ਨਦੀ ਦੇ ਵਿੱਚ ਜਿਵੇਂ ਮੱਛਾਂ ਦੇ ਉੱਤੇ ਜਾਂ ਮਛਲੀਆਂ ਦੇ ਉੱਤੇ ਜਿਹੜਾ ਝੀਵਰ ਹੈ ਉਹ ਜਾਲ ਨੂੰ ਪਾਉਣਾ ਕਰਦਾ ਤੇ ਮੱਛੀਆਂ ਨੂੰ ਫੜ ਲੈਂਦਾ ਹੈ। ਸ਼ੇਰ ਜਿਮ ਭਛ ਪਰ ਬਾਜ ਜਿਮ ਪਛ ਪਰ, ਜਿਵੇਂ ਸ਼ੇਰ ਆ ਜਿਹੜਾ ਉਹ ਆਪਣੇ ਸ਼ਿਕਾਰ ਦੇ ਉੱਤੇ ਪੈਂਦਾ ਟੁੱਟ ਕੇ। ਸ਼ੇਰ ਆ ਜਿਹੜਾ ਜਿੰਨਾ ਮਰਜ਼ੀ ਤਗੜਾ ਸ਼ਿਕਾਰ ਹੋਵੇ ਉਹਨੂੰ ਰਗਾਂ ਤੋਂ ਫੜਦਾ, ਤੇ ਜਦੋਂ ਇੱਕ ਵਾਰੀ ਰਗਾਂ ਤੋਂ ਫੜ ਲਵੇ ਉਹ ਛੱਡਦਾ ਨਹੀਂ। ਸੋ ਸਾਰ ਸੰਤ ਜੀ ਉੱਥੇ ਹੀ ਥੱਲੇ ਨੂੰ ਖਿੱਚੀ ਜਾਂਦਾ ਤੇ ਅਖੀਰ ਨੂੰ ਜਿਹੜਾ ਸ਼ਿਕਾਰ ਹੁੰਦਾ ਦਮ ਤੋੜ ਜਾਂਦਾ। ਸੋ ਐਵੇਂ ਕਵੀ ਜੀ ਕਹਿੰਦੇ ਵੀ ਸ਼ੇਰ ਜਿਵੇਂ ਆਪਣੇ ਭੱਛ ਸ਼ਿਕਾਰ ਦੇ ਉੱਤੇ ਖਾਣ ਵਾਲੇ ਸ਼ਿਕਾਰ 'ਤੇ ਪੈਂਦਾ ਟੁੱਟ ਕੇ, ਤੇ ਬਾਜ ਜਿਵੇਂ ਪੱਛ ਪਰ, ਜਿਵੇਂ ਬਾਜ ਆ ਜਿਹੜਾ ਉਹ ਪੰਛੀਆਂ ਦੇ ਉੱਤੇ ਟੁੱਟ ਕੇ ਪੈ ਨਿਕਲਦਾ। ਜਦੋਂ ਬਾਜ ਪੈਂਦਾ ਨਾ ਤਾਂ ਸਾਰ ਸੰਤ ਜੀ ਬੜੀ ਉੱਚੀ ਉਡਾਰੀ ਹੁੰਦੀ ਹੈ। ਜਦੋਂ ਵੇਖਦਾ ਪੁੰਜੀ ਮੇਰਾ ਸ਼ਿਕਾਰ ਹੈ, ਆਪਣੇ ਖੰਭਾਂ ਨੂੰ ਜਮਾਂ ਢਿੱਲੇ ਛੱਡ ਦਿੰਦਾ, ਅਖੀਰ ਨੂੰ ਪੂਰਾ ਟੁੱਟ ਕੇ ਪੈਂਦਾ ਤੇ ਖਰਗੋਸ਼ ਹੋ ਗਿਆ, ਕੀ ਹਿਰਨ ਹੋ ਗਿਆ, ਸਾਰ ਸੰਤ ਦੀ ਬਾਹਰ ਤਗੜੇ ਤਗੜਿਆਂ ਦਾ ਵੀ ਸ਼ਿਕਾਰ ਕਰ ਜਾਂਦਾ। ਸੋ ਪ੍ਰਵਾਹ ਨਹੀਂ ਕਰਦਾ, ਡਰਦਾ ਨਹੀਂ ਹੈ। ਬਾਹਰ ਹੈ ਜਿਹੜਾ ਸਾਧ ਸੰਗਤ ਨਹੀਂ ਨਰ ਪੰਛੀ ਮੰਨਿਆ ਜਾਂਦਾ, ਮਤਲਬ ਮਰਦ ਮੰਨਿਆ ਜਾਂਦਾ, ਅਸਲ ਵਿੱਚ ਜ਼ੋਰਾਵਰ ਮੰਨਿਆ ਜਾਂਦਾ ਪੰਛੀਆਂ ਦੇ ਵਿੱਚ। ਸੋ ਕਵੀ ਜੀ ਕਹਿੰਦੇ ਵੀ ਬਾਜ ਜਿਵੇਂ ਪੱਛ ਪਰ, ਜਿਵੇਂ ਬਾਜ ਹੈ ਜਿਹੜਾ ਉਹ ਦੂਜੇ ਪੰਛੀਆਂ 'ਤੇ ਭਾਰੂ ਪੈਂਦਾ, ਟੁੱਟ ਕੇ ਪੈਂਦਾ ਆਪਣੇ ਸ਼ਿਕਾਰ 'ਤੇ। ਚੰਡ ਬਿੜਾ ਲਛ ਪਰ ਕੀਨ ਦੁਤਹਾਨ ਹੈ। ਇੱਕ ਬਿੜਾ ਲਛ ਨਾਮ ਦਾ ਸਾਰ ਸੰਤ ਜੀ ਉਹ ਦੈਂਤ ਸੀ ਤੇ ਉਹਦੀਆਂ ਬਿੱਲੀਆਂ ਅੱਖਾਂ ਸਨ, ਬਿੱਲੇ ਵਰਗੀਆਂ,
ਤੇ ਉਹਦਾ ਤੇ ਚੰਡੀ ਦਾ ਆਪਸ ਵਿੱਚ ਹੀ ਮੁਕਾਬਲਾ ਹੋਇਆ ਸੀ। ਚੰਡੀ ਨੂੰ ਜਦੋਂ ਪਤਾ ਲੱਗਿਆ ਦੇਵੀ ਨੂੰ, ਤੇ ਬੀੜਾ ਲੱਛ ਦੈਂਤ ਦੇ ਉੱਤੇ ਟੁੱਟ ਕੇ ਪੈ ਨਿਕਲੀ ਸੀ, ਤੇ ਉਹਨੇ ਉਹਨੂੰ ਵੱਢ ਕੇ ਨਾ ਮਾਰ ਕੇ ਉਹਦੀ ਸੋਭਾ ਨੂੰ ਖਤਮ ਕਰ ਦੇਣਾ ਕੀਤਾ ਸੀ। ਕਵੀ ਜੀ ਕਹਿੰਦੇ ਵੀ ਜਿਵੇਂ ਚੰਡੀ ਹੈ ਜਿਹੜੀ ਉਹ ਬੀੜਾ ਲੱਛ ਦੈਂਤ ਦੇ ਉੱਤੇ ਟੁੱਟ ਕੇ ਪਈ ਸੀ। ਪਾਲ ਪਰ ਰਾਮ ਸਰ ਸਾਲ ਪਰ। ਤੇ ਜਿਵੇਂ ਰਾਮ ਇੱਥੇ ਅਰਥ ਹੈ ਸਾਰ ਸੈਂਤਰੀ ਪਰਸਰਾਮ ਦਾ। ਦੇਖੋ 3 ਰਾਮ ਆਏ ਨੇ, ਰਾਮ ਛਿਤ ਪਾਲ ਪਰ, ਰਾਮ ਸੁਰ ਸਾਲ ਪਰ, ਰਾਮ ਮਗ ਪਾਲ ਪਰ, ਜੈਸੇ ਸਾਵਧਾਨ ਹੈ। 3 ਵਾਰੀ ਰਾਮ ਰਾਮ ਆਖਿਆ, ਪਰ ਤਿੰਨੇ ਰਾਮ ਆ ਨਾ ਜਿਹੜੇ ਉਹਨਾਂ ਦੇ ਅਰਥ ਵੱਖੋ ਵੱਖਰੇ ਨੇ, ਅਲੱਗ ਹਨ। ਇਹੋ ਸਾਰ ਸੈਂਤਰੀ ਵਿਦਵਾਨਾਂ ਦੀ ਖੇਡ ਹੁੰਦੀ ਹੈ। ਇੱਥੇ ਪਤਾ ਲੱਗਦਾ ਵੀ ਹਾਂ ਵੀ ਕਿੰਨਾ ਕੁ ਤਗੜਾ ਅਗਲਾ ਵਿਦਵਾਨ ਹੈ। ਜਿਵੇਂ ਕਵੀ ਜੀ ਨੇ ਇੱਕ ਬਹੁਤ ਜ਼ਿਆਦਾ ਸੋਹਣਾ ਦੋਹਰਾ ਉਚਾਰਨ ਕੀਤਾ ਹੈ। ਕਵੀ ਜੀ ਕਹਿੰਦੇ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰ ਚਾਰ, ਇਸ ਬੇਰੀ ਹੋਇਆ ਭਵ ਸੁਫਲ ਬਿਨ ਬੇਰੀ ਕਰ ਪਾਰ। ਆ ਬੇਰੀ ਜਿਹੜਾ ਲਫ਼ਜ਼ ਆ 4 ਵਾਰੀ ਆ ਗਿਆ ਦੋਵਾਂ ਪੰਕਤੀਆਂ ਦੇ ਵਿੱਚ। ਤਾਂ ਸਾਰ ਸੈਂਤਰੀ ਚਾਰੇ ਜਿਹੜੇ ਬੇਰੀ ਅੱਖਰ ਨੇ ਇਹਨਾਂ ਦੇ ਵੱਖੋ ਵੱਖਰੇ ਅਲੱਗ ਅਰਥ ਨੇ। ਸਤਿਗੁਰ ਮਮ ਬੇਰੀ ਕਟੋ ਆਖਿਆ ਮਹਾਰਾਜ ਸਾਹਿਬ ਜੀ ਮੇਰੀ ਹੱਥਾਂ ਦੀ ਜਿਹੜੀ ਬੇੜੀ ਆ ਇਹ ਕੱਟ ਦੇਵੋ ਆਪ ਜੀ। ਪਹਿਲੀ ਬੇਰੀ ਦਾ ਅਰਥ ਹੈ ਬੇੜੀ, ਹੱਥ ਕੜੀ। ਨਿਜ ਬੇਰੀ ਪਰ ਚਾਰ, ਫਿਰ ਦੂਜੀ ਬੇਰੀ ਦਾ ਅਰਥ ਹੈ ਬੇੜੀ, ਕਿਸ਼ਤੀ ਹੁੰਦੀ ਹੈ ਜਿਹੜੀ ਵੀ ਆਪਣੀ ਬੇੜੀ ਦੇ ਉੱਤੇ ਨਾਮ ਦੇ ਜਹਾਜ਼ 'ਤੇ ਮੈਨੂੰ ਚਾੜ ਦੇਵੋ। ਹਾਂਜੀ, ਇਸ ਬੇਰੀ ਹੋਇਆ ਭਵ ਸੁਫਲ। ਫਿਰ ਤੀਜੀ ਬੇਰੀ ਦਾ ਅਰਥ ਹੈ ਵੀ ਮਹਾਰਾਜ ਐਸ ਬੇਰੀ ਆਹ ਮਨੁੱਖਾ ਜਨਮ ਦੀ ਜਿਹੜੀ ਵਾਰੀ ਹੈ, ਇਹ ਜਿਹੜਾ ਮੈਨੂੰ ਸਮਾਂ ਮਿਲਿਆ, ਇਸੇ ਬੇਰੀ ਮੇਰਾ ਤੁਸੀਂ ਜਿਹੜਾ ਮਨੁੱਖਾ ਜਨਮ ਸਫਲਾ ਹੋ ਕਰ ਦੇਵੋ ਜੀ। ਬਿਨ ਬੇਰੀ ਕਰ ਪਾਰ, ਫਿਰ ਤੁਸੀਂ ਬੇਰੀ ਦਾ ਤਾਂ ਦੇਰੀ ਵੀ ਹੁੰਦਾ। ਆਖਿਆ ਜੀ ਤੁਸੀਂ ਦੇਰੀ ਤੋਂ ਬਿਨਾਂ, ਟਾਈਮ ਤੋਂ ਬਿਨਾਂ ਮੈਨੂੰ ਪਾਰ ਕਰ ਦਿਓ ਸੰਸਾਰ ਸਮੁੰਦਰ ਤੋਂ, ਮੇਰੇ ਬੰਧਨ ਸਾਰੇ ਕੱਟ ਦੇਵੋ। ਤੋ ਸਾਰ ਸੰਗਤ ਜੀਓ ਭਾਵ ਕੀ ਆ ਵੀ ਇਹ ਰਾਮ ਛਿਤ ਪਾਲ ਪਰ, ਇੱਥੇ 3 ਵਾਰੀ ਰਾਮ ਹੈ, ਤਿੰਨੇ ਹੀ ਰਾਮਾਂ ਦਾ ਵੱਖੋ ਵੱਖਰਾ ਅਰਥ ਹੈ। ਕਵੀ ਜੀ ਕਹਿੰਦੇ ਰਾਮ ਛਿਤ ਪਾਲ ਪਰ, ਇੱਥੇ ਪਹਿਲੇ ਰਾਮ ਦਾ ਅਰਥ ਹੈ ਪਰਸਰਾਮ। ਸੋ ਸਾਰ ਸੈਂਤਰੀ ਪਰਸਰਾਮ ਜਿਵੇਂ ਛੱਤਰੀਆਂ ਦੇ ਉੱਤੇ ਪੈ ਨਿਕਲਿਆ ਸੀ, 21 ਵਾਰ ਛੱਤਰੀ ਉਹਨੇ ਸਾਰੇ ਧਰਤੀ ਤੋਂ ਖਤਮ ਕਰਤੇ ਸਨ। ਹੋਇਆ ਕਿ ਸਾਰ ਸੈਂਤਰੀ ਜਮ ਦਗਨੀ ਰਖੀ, ਤੇ ਸਹਸਰ ਬਾਹੂ ਰਾਜਾ ਆਸ ਵਿੱਚ ਹੀ ਸਾਧੂ ਸਨ। ਤੇ ਸਹਸਰ ਬਾਹੂ ਜਿਹੜਾ ਰਾਜਾ ਸੀ ਉਹ ਛੱਤਰੀ ਸੀ, ਤੇ ਜਮਦਗਨੀ ਰਖੀ ਜਿਹੜਾ ਸੀ ਸਾਰ ਸੈਂਤਰੀ ਇਹ ਸੀ ਆਪਣਾ ਬ੍ਰਾਹਮਣ। ਜਮਦਗਨੀ ਰਖੀ ਦੀ ਘਰ ਵਾਲੀ ਸੀ ਰੇਣਕਾ, ਤੇ ਜਿਹੜੀ ਰੇਣਕਾ ਸੀ ਨਾ, ਇੱਕ ਵਾਰ ਦੀ ਗੱਲਬਾਤ ਹੈ ਵੀ ਆਪਣੀ ਭੈਣ ਨੂੰ ਮਿਲਣ ਵਾਸਤੇ ਮਹਿਲਾਂ 'ਚ ਚਲੀ ਗਈ। ਸਹਸਰ ਬਾਹੂ ਰਾਜੇ ਦੀ ਘਰ ਵਾਲੀ ਨੂੰ ਆਪਣੀ ਭੈਣ ਨੂੰ ਮਿਲਣ ਵਾਸਤੇ ਰਾਜੇ ਦੇ ਘਰ ਚਲੀ ਗਈ, ਮਹਿਲਾਂ 'ਚ ਚਲੀ ਗਈ। ਜਦੋਂ ਮਹਿਲਾਂ 'ਚ ਗਈ ਉਹ, ਤੇ ਉਹਦੀ ਭੈਣ ਨੇ ਆਪਣੇ ਘਰ ਵਾਲੇ ਨੂੰ ਆਖਿਆ ਜੀ ਮੇਰੀ ਭੈਣ ਆਈ ਹੈ, ਮਿਲੋ ਇਹਨੂੰ। ਤੇ ਅੱਗੋਂ ਤਾਨਾ ਮਾਰਿਆ, ਕਹਿੰਦਾ ਵੀ ਇਹ ਕਿਹੜਾ ਨਿਆਉਂਦਾ ਲੈ ਕੇ ਆਈ ਹੈ, ਇਹ ਫੱਕਰ ਬੰਦੇ, ਇਹਨਾਂ ਨੂੰ ਕੀ ਇਹ ਕੁੱਲੀ ਜੀ ਬਣਾ ਕੇ ਰਹਿੰਦੇ ਆ ਟੱਪਰ ਵਾਸੀ। ਕਹਿੰਦਾ ਇਹ ਤਾਂ ਕੁੱਲੀ ਬਣਾ ਕੇ ਜੰਗਲਾਂ 'ਚ ਰਹਿਣ ਵਾਲੇ ਬੰਦੇ ਆ, ਮੰਗ ਕੇ ਖਾਣ ਵਾਲੇ ਆ, ਇਹ ਕਿਹੜਾ ਨਿਆਉਂਦਾ ਲੈ ਕੇ, ਕਹਿੰਦੇ ਇਹ ਨਿਆਉਂਦਾ ਕਰਨਾ। ਤੋ ਜਦੋਂ ਸਾਰ ਸੈਂਤਰੀ ਐਵੇਂ ਬੋਲੀ ਮਾਰੀ ਤੇ ਉਹ ਦਿਲ ਨੂੰ ਬੰਨ ਗਈ। ਘਰੇ ਆਈ ਤੇ ਘਰ ਦੇ ਵਿੱਚ ਆ ਕੇ ਨਾ ਜਮਦਗਨੀ ਰਿਖੀ ਨੂੰ ਕਹਿੰਦੀ ਵੀ ਮੈਂ ਤਾਂ ਫੌਜਾਂ ਦੇ ਸਮੇਤ ਸਹਸਰ ਬਾਹੂ ਰਾਜੇ ਨੂੰ ਨਿਆਉਂਦਾ ਕਰਨਾ। ਜੇ ਤਾਂ ਉਹਨੂੰ ਸੱਦਦੀ ਆ, ਤੂੰ ਸੱਦਦਾ ਰੋਟੀ ਦੇ ਤਾਂ ਠੀਕ ਹੈ, ਨਹੀਂ ਮੈਂ ਮਰਦੀ ਹਾਂ। ਜਦੋਂ ਜਿੱਦ ਕੀਤੀ ਤੇ ਸਾਰ ਸੈਂਤ ਜੀ ਉਹ ਜਮਦਗਨੀ ਰਿਖੀ ਨੇ ਮਨ ਵਿੱਚ ਖਿਆਲ ਕੀਤਾ, ਸਮਝਾਇਆ ਵੀ ਕਹਿੰਦਾ ਭਗਵਾਨ ਆਪਾਂ ਸਾਰੂ ਬੰਦੇ ਹੁੰਦੇ ਆ, ਰੱਬ ਰੱਬ ਕਰਨ ਵਾਲੇ ਬੰਦੇ ਆ, ਉਹ ਰਾਜੇ ਲੋਕ ਆ, ਆਪਣਾ ਉਹਨਾਂ ਦਾ ਮੁਕਾਬਲਾ ਹੀ ਕੀ ਆ, ਤੂੰ ਛੱਡ ਖੜਾ। ਕਹਿੰਦੇ ਵੀ ਜੇ ਤੂੰ ਕਰੇਗਾ ਤਾਂ ਠੀਕ ਹੈ, ਨਹੀਂ ਮੈਂ ਮਰਦੀ ਹਾਂ। ਜਦੋਂ ਆਖਿਆ ਮੈਂ ਮਰਦੀ ਹਾਂ, ਤੇ ਫਿਰ ਉਹਨੇ ਸਵਰਗ ਦੇ ਵਿੱਚੋਂ ਸਾਰ ਸੈਂਤਰੀ ਕਾਮ ਤੇ ਗਊ ਮੰਗਾ ਲਈ। ਆਖਿਆ ਵੀ ਦੇ ਨੇ ਆਉਂਦਾ, ਫਿਰ ਸਾਰਿਆਂ ਨੂੰ ਨਿੰਦਾ ਦੇਦਾ, ਫੌਜਾਂ ਦੇ ਸਮੇਤ ਆ ਗਿਆ। ਜਦੋਂ ਆਇਆ ਦੇਖਿਆ ਵੀ ਇੱਥੇ ਤਾਂ ਕੁੜੀਆ ਜੀ ਨਾ ਕੋਈ ਚੁੱਲ੍ਹਾ ਤਪਾਇਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਦੇਗਾ ਚਾੜਿਆ ਨਹੀਂ, ਇਹ ਸਾਨੂੰ ਕੀ ਖਵਾਉਣਗੇ। ਤਾਂ ਸਾਰ ਸੈਂਤਰੀ ਅੰਦਰ ਉਹਨਾਂ ਨੇ ਕਾਮ ਤੇ ਗਊ ਬੰਨੀ ਹੋਈ ਸੀ। ਕਾਮ ਤੇ ਗਊ ਹਿੰਦੂ ਧਾਰਮਿਕ ਸ਼ਾਸਤਰਾਂ ਦੇ ਮੁਤਾਬਕ ਸਾਰ ਸੈਂਤਰੀ ਇੱਕ ਐਸੀ ਗਊ ਮੰਨੀ ਜਾਂਦੀ ਆ ਸਵਰਗ ਦੇ ਵਿੱਚ, ਜਿਹਦੇ ਕੋਲ ਆਪਾਂ ਜਾ ਕੇ ਜੈਸੀ ਕਾਮਨਾ ਕਰਾਂਗੇ ਉਹੋ ਜਿਹੀ ਪੂਰੀ ਹੋ ਜਾਣੀ ਹੈ। ਉਹਨਾਂ ਨੇ ਅੰਦਰ ਬੰਨੀ ਸੀ ਕਾਮ ਤੇ ਗਊ ਸਵਰਗ ਰਾਜ ਦੇ ਸਵਰਗ ਵਿੱਚੋਂ ਮੰਗਾ ਕੇ। ਤੇ ਫਿਰ ਕੀ ਸੀ, ਜਮਦਗਨੀ ਰਿਖੀ ਨੇ ਲਵਾ ਲਈਆਂ ਪੰਗਤਾਂ, ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਤਾ। ਉਹ ਬੜਾ ਹੈਰਾਨ ਹੈ, ਕਹਿੰਦਾ ਵੀ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕਹਿੰਦਾ ਵੀ ਕੋਈ ਚੁੱਲ੍ਹਾ ਤਪਾਇਆ ਨਹੀਂ, ਕੋਈ ਲੋਹ ਦੇ ਨਹੀਂ, ਦੇਗਾ ਕੋਈ ਦੀਂਦਾ ਨਹੀਂ, ਇਹ ਅੰਦਰੋਂ ਹੀ ਕੱਢੀ ਆਉਂਦਾ, ਅੰਦਰੋਂ ਕਿਵੇਂ ਲਈ ਆਉਂਦਾ ਇਹ। ਪੁੱਛਿਆ, ਕਹਿੰਦਾ ਵੀ ਅੰਦਰ ਕੀ ਹੈ ਜੀ ਚੀਜ਼ ਹੈ ਵੀ ਜਿੱਥੋਂ ਤੁਸੀਂ ਲਈ ਨਾ ਭੋਰ ਆ ਕੇ ਤੁਹਾਡੀ ਕੁੜੀ ਹੈ। ਉਹ ਕਹਿੰਦਾ ਵੀ ਅੰਦਰ ਤਾਂ ਮੇਰੀ ਕਾਮ ਤੇ ਗਊ ਬੰਨੀ ਹੋਈ ਹੈ।
ਤੇ ਉਹ ਕਹਿੰਦਾ ਵੀ ਮੇਰੀਆਂ ਫੌਜਾਂ ਬਹੁਤ ਜ਼ਿਆਦਾ ਤੇ ਕਹਿੰਦਾ ਵੀ ਰੋਟੀ ਪਾਣੀ ਤਿਆਰ ਕਰਨ ਨੂੰ ਟਾਈਮ ਬਹੁਤ ਲੱਗ ਰਿਹਾ। ਕਹਿੰਦਾ ਤੂੰ ਗਾਂ ਮੈਨੂੰ ਦੇ ਦੇ। ਉਹ ਕਹਿੰਦਾ ਵੀ ਇਹ ਤਾਂ ਸਵਰਗ ਦੇ ਵਿੱਚੋਂ ਮੰਗਾਈ ਹੈ, ਇਹ ਤਾਂ ਫਕੀਰਾਂ ਵਾਸਤੇ ਹੈ, ਰੱਬ ਦੇ ਸਾਧੂਆਂ ਮਹਾਂਪੁਰਸ਼ਾਂ ਵਾਸਤੇ ਹੈ, ਤੇ ਤੁਹਾਡੇ ਵਾਸਤੇ ਇਹ ਧਰਤ ਕੋਈ ਕੰਮ ਤੇ ਨਹੀਂ ਗਊ ਹੈ। ਚਾਰੇ ਪਾਸੇ ਤੁਹਾਡਾ ਰਾਜ ਹੈ, ਪ੍ਰਮਾਤਮਾ ਨੇ ਬਖਸ਼ਿਆ, ਜਿੱਥੋਂ ਮਰਜ਼ੀ ਮਾਇਆ ਸ਼ਾਇਆ ਇਕੱਠੀ ਕਰਕੇ ਤਾਂ ਤੁਸੀਂ ਆਪਣਾ ਗੁਜ਼ਾਰਾ ਚਲਾਓ। ਜਦੋਂ ਜਮਦਗਨੀ ਰਿਖੀ ਨੇ ਇਹ ਗੱਲ ਆਖੀ ਤਾਂ ਅੱਗੋਂ ਸਾਰ ਸੰਤ ਜੀ ਉਹ ਕਹਿੰਦਾ ਵੀ ਮੈਨੂੰ ਤਾਂ ਕਾਮਧੇਨ ਗਊ ਚਾਹੀਦੀ ਹੈ। ਕਹਿੰਦਾ ਠੀਕ ਹੈ ਬੈਠੋ ਇੱਥੇ। ਜਮਦਗਨੀ ਰਿਖੀ ਨੇ ਅੰਦਰ ਜਾ ਕੇ ਸਾਰ ਸੰਤ ਜੀ ਰੱਸਾ ਖੋਲ੍ਹ ਦਿੱਤਾ। ਕਹਿੰਦਾ ਵੀ ਬੀਬਾ ਜਾਓ। ਜਦੋਂ ਕਾਮਧੇਨ ਗਊ ਨੂੰ ਸਾਰ ਸੰਤ ਜੀ ਆਪਣੇ ਘਰ ਵਾਪਸ ਜਾਣ ਨੂੰ ਆਖਿਆ ਅਤੇ ਉੱਧਰੋਂ ਫਿਰ ਸਹਸਤਰ ਬਾਹੂ ਰਾਜਾ ਸੀ ਜਿਹੜਾ ਉਹਨੇ ਗੁੱਸੇ ਦੇ ਵਿੱਚ ਆ ਕੇ ਸਾਰ ਸੰਤ ਜੀ ਜਮਦਗਨੀ ਰਿਖੀ ਨੂੰ ਮਾਰਤਾ। ਜਦੋਂ ਮਾਰਿਆ, ਹੁਣ ਜਮਦਗਨੀ ਰਿਖੀ ਦਾ ਪੁੱਤਰ ਸੀ ਪਰਸ਼ੁਰਾਮ, ਉਹ ਗਿਆ ਸੀ ਤਪੱਸਿਆ ਕਰਨ ਦੇ ਵਾਸਤੇ। ਸਾਰ ਸੰਤ ਜੀ ਤਪ ਕਰਨ ਨੂੰ ਜਦੋਂ ਗਿਆ ਹੋਇਆ ਸੀ ਪਰਸ਼ੁਰਾਮ, ਅਤੇ ਰੇਣਕਾ ਜਿਹੜੀ ਸੀ ਉਹਨੇ ਜਦੋਂ ਵੇਖਿਆ ਵੀ ਮੇਰੇ ਸਿਰ ਦਾ ਸਾਈਂ ਮਾਰਤਾ ਇਹਨਾਂ ਨੇ, ਉਹਨੇ ਫਿਰ 21 ਵਾਰ ਆਪਣੇ ਸਰੀਰ ਨੂੰ ਦੁੱਖ ਦਿੱਤਾ। 7 ਵਾਰ ਆਪਣੇ ਪੱਟਾਂ 'ਤੇ ਉਹਨੇ ਸਾਰ ਸੰਤ ਜੀ ਤੋਂ ਹੱਥੜ ਮਾਰੇ, 7 ਵਾਰੀ ਸਿਰ ਦੇ ਉੱਤੇ ਮਾਰਨਾ ਕੀਤੇ, ਅਤੇ 7 ਵਾਰੀ ਕੋਈ ਸਾਰ ਸੰਤ ਜੀ ਆਪਣੀ ਛਾਤੀ ਦੇ ਉੱਤੇ ਉਹਨੇ ਹੱਥੜ ਮਾਰੇ ਪਿੱਟਿਆ। ਉਦੋਂ ਬਾਅਦ ਕਹਿੰਦੇ ਵੀ ਸਿਆਪੇ ਸ਼ੁਰੂ ਹੋਏ। ਉਦੋਂ ਬਾਅਦ ਕਹਿੰਦੇ ਪਿੱਟਣਾ ਸ਼ੁਰੂ ਹੋਇਆ, ਬੁੜੀਆਂ ਉਦੋਂ ਬਾਅਦ ਪਿੱਟਣ ਲੱਗੀਆਂ। ਹੋਇਆ ਕਿ ਸਾਰ ਸੰਤ ਜੀ ਉਹ ਪਰਸ਼ੁਰਾਮ ਨੂੰ ਜਦੋਂ ਆਪਣਾ ਪਤਾ ਲੱਗਿਆ ਵੀ ਮੇਰੇ ਪਿਤਾ ਨੂੰ ਐਂ ਕਰਕੇ ਸਹਸਤਰ ਬਾਹੂ ਰਾਜੇ ਨੇ ਮਾਰ ਦਿੱਤਾ, ਵਾਪਸ ਆ ਗਿਆ। ਅਤੇ ਵਾਪਸ ਆ ਕੇ ਕਹਿਣ ਲੱਗਾ ਮਾਤਾ ਤੂੰ ਮੇਰੇ ਪਿਤਾ ਦੀ ਯਾਦ ਦੇ ਵਿੱਚ, ਪਿਤਾ ਦੇ ਦੁੱਖ ਦੇ ਵਿੱਚ 21 ਵਾਰ ਆਪਣੇ ਸਰੀਰ ਨੂੰ ਦੁੱਖ ਦਿੱਤਾ। ਮੈਂ ਸਹੁੰ ਖਾਨਾ ਮੈਂ 21 ਵਾਰ ਧਰਤੀ ਤੋਂ ਜਿਹੜੇ ਛਤਰੀ ਆ ਨਾ ਇਹਨਾਂ ਦਾ ਨਾਮੋ ਨਿਸ਼ਾਨ ਮਿਟਾਵਾਂਗਾ, 21 ਵਾਰ ਇਹਨਾਂ ਨੂੰ ਖਤਮ ਕਰਾਂਗਾ ਅਤੇ ਇਹਨਾਂ ਦੇ ਖੂਨ 'ਚ ਨਹਾਵਾਂਗਾ। ਤਾਂ ਸਾਰ ਸੰਤ ਜੀ ਬਚਨ ਕਰ ਦਿੱਤਾ। ਅਤੇ ਜਿਹੜਾ ਪਰਸ਼ੁਰਾਮ ਸਾਰ ਸੰਤ ਜੀ ਸੀ ਨਾ, ਇਹ ਸੀ ਬ੍ਰਾਹਮਣ। ਹੁਣ ਇਹਨੇ ਚੱਕ ਲਿਆ ਕੁਹਾੜਾ ਚੱਕ ਕੇ ਫਿਰ 21 ਵਾਰ ਛਤਰੀ ਮਾਰੇ। ਬੱਚਿਆਂ ਨੂੰ ਛੱਡ ਦਿੰਦਾ ਸੀ, ਬਜ਼ੁਰਗਾਂ ਨੂੰ ਛੱਡ ਦਿੰਦਾ ਸੀ, ਅਤੇ ਜਿੰਨੇ ਨੌਜਵਾਨ ਸੀ ਸਾਰੇ ਹੀ ਚੱਕ ਦਿੰਦਾ ਸੀ। ਅਤੇ ਸਾਰ ਸੰਤ ਜੀ ਪਾਉਂਟਾ ਸਾਹਿਬ ਦੇ ਕੋਲੇ ਨਾ ਨਾਨ ਤੋਂ ਥੱਲੇ ਜਿਹੇ ਨੂੰ ਜਾ ਕੇ ਉੱਥੇ ਰੇਣੂਕਾ ਕੁੰਡ ਬਣਿਆ ਹੋਇਆ। ਜਦੋਂ ਆਪਾਂ ਪਾਉਂਟਾ ਸਾਹਿਬ ਜਾਂਦੇ ਹਾਂ ਉੱਥੇ ਰੇਣੂਕਾ ਕੁੰਡ ਬਣਿਆ ਹੋਇਆ। ਉਹ ਕੁੰਡ ਦੇ ਵਿੱਚ ਉਸ ਚਬੱਚੇ ਦੇ ਵਿੱਚ ਛਤਰੀਆਂ ਦੇ ਖੂਨ ਨਾਲ ਨਹਾਉਂਦਾ ਹੁੰਦਾ ਸੀ ਸਾਰ ਸੰਤ ਜੀ ਦੇ ਪਰਸ਼ੁਰਾਮ ਸੀ। 21 ਵਾਰ ਧਰਤੀ ਤੋਂ ਛਤਰੀਆਂ ਦਾ ਰਾਜ ਖਤਮ ਕੀਤਾ। ਛਤਰੀਆਂ ਦਾ ਰਾਜ ਖਤਮ ਕਰਕੇ ਬਾਹਮਣਾਂ ਨੂੰ ਦਿੱਤਾ। ਪਰ ਜਦੋਂ ਸਾਰ ਸੰਤ ਜੀ ਦੁਬਾਰੇ ਫਿਰ ਜਾਂਦਾ ਸੀ, ਖਤਮ ਕਰਕੇ ਤਪੱਸਿਆ ਕਰਨ ਚਲਿਆ ਜਾਂਦਾ ਸੀ, ਦੁਬਾਰੇ ਫੇਰ ਆ ਕੇ ਮਾਰ ਦਿੰਦਾ ਸੀ ਸਾਰਿਆਂ ਨੂੰ ਖਤਮ, ਐਂ ਕਰਦਾ ਸੀ ਉਹ। ਜਦੋਂ ਦੁਬਾਰੇ ਫਿਰ ਆ ਕੇ ਵੇਖਿਆ ਵੀ ਬਾਹਮਣਾਂ ਨੂੰ ਮੈਂ 21 ਵਾਰ ਰਾਜ ਭਾਗ ਦੇ ਦਿੱਤਾ, ਅਤੇ ਇਹ ਫਿਰ ਲੱਸੀ ਵਾਸਤੇ ਗੜਵੀ ਚੱਕ ਕੇ ਤੁਰੇ ਫਿਰਦੇ ਨੇ, ਦੁੱਧ ਰਾਮ ਸਾਨੂੰ ਲੱਸੀ ਰਾਮ ਜੀ ਦਿਓ। ਅਤੇ ਫਿਰ ਮੰਗਦੀ ਜਦੋਂ ਵੇਖੇ ਅਤੇ ਫਿਰ ਮਹਾਰਾਜ ਨੇ ਬਾਣੀ ਦੇ ਵਿੱਚ ਬਚਨ ਕੀਤਾ, ਪਰਸ਼ੁਰਾਮ ਰੋਵੈ ਘਰ ਆਇਆ। ਆਪਣੇ ਘਰ ਦੇ ਵਿੱਚ ਆ ਕੇ ਰੋਇਆ, ਕਹਿੰਦਾ ਓਹੋ, ਕਹਿੰਦਾ ਮੈਂ 21 ਵਾਰ ਛਤਰਗਾਂ ਨੂੰ ਮਾਰ ਕੇ ਉਹ ਬਾਹਮਣੋ ਤੁਹਾਨੂੰ ਮੈਂ ਰਾਜ ਦਿੱਤਾ, ਤੁਸੀਂ ਰਾਜ ਹੀ ਨਹੀਂ ਸਾਂਭ ਸਕੇ ਯਾਰ, ਕਹਿੰਦਾ ਤੁਸੀਂ ਫਿਰ ਮੰਗਦੇ। ਤੋ ਸਾਰ ਸੰਤ ਜੀ ਐਵੇਂ ਕਵੀ ਜੀ ਕਹਿੰਦੇ ਵੀ ਰਾਮ ਛਿਤ ਪਾਲ ਪਰ, ਜਿਵੇਂ ਪਰਸ਼ੁਰਾਮ ਜਿਹੜਾ ਸੀ ਛਿਤ ਧਰਤੀ ਨੂੰ ਪਾਲਣ ਵਾਲੇ ਜਿਹੜੇ ਛਤਰੀ ਸੀ ਨਾ ਉਹਨਾਂ ਦੇ ਉੱਤੇ ਭਾਰੀ ਪਿਆ। 21 ਵਾਰ ਉਹਨਾਂ ਨੂੰ ਖਤਮ ਕਰਨਾ ਕੀਤਾ। ਅਤੇ ਜਿਵੇਂ ਰਾਮ ਕਹਿੰਦੇ ਨੇ ਰਾਮ ਚੰਦਰ ਜੀ ਦੇ ਤਾਈਂ, ਜਿਵੇਂ ਰਾਮ ਚੰਦਰ ਜੀ ਨੇ ਸੁਰ ਦੇਵਤਿਆਂ ਨੂੰ ਸੱਟ ਮਾਰਨ ਵਾਲਾ ਕੌਣ ਸੀ? ਰਾਵਣ। ਸਾਰੇ ਦੇਵਤਿਆਂ ਨੂੰ ਆਪਣੇ ਅਧੀਨ ਕਰ ਛੱਡਿਆ ਸੀ, ਨੱਕ 'ਚ ਨਕੇਲ ਪਾ ਛੱਡੀ ਸੀ। ਜਿਵੇਂ ਜਿਹੜਾ ਰਾਮ ਚੰਦਰ ਸੀ ਸਾਰ ਸੰਤ ਜੀ ਉਹ ਰਾਵਣ ਦੇ ਉੱਤੇ ਟੁੱਟ ਕੇ ਪੈ ਨਿਕਲਿਆ ਸੀ ਲੰਕਾ ਦੇ ਉੱਤੇ। ਤੇ ਤੀਏ ਰਾਮ ਦਾ ਸਾਰ ਸੰਤ ਜੀ ਅਰਥ ਹੈ ਕ੍ਰਿਸ਼ਨ ਜੀ ਦਾ ਭਰਾ ਸੀ ਬਲਭੱਦਰ। ਹਾਂਜੀ, ਜਿਹੜਾ ਬਲਭੱਦਰ ਸੀ ਉਹ ਸਾਰ ਸੰਤ ਜੀ ਮਗਧ ਦੇਸ਼ ਦਾ ਜਿਹੜਾ ਰਾਜਾ ਸੀ ਨਾ ਜਰਾਸੰਧ ਦੈਂਤ, ਉਹਦੇ ਉੱਤੇ ਟੁੱਟ ਕੇ ਪੈ ਨਿਕਲਿਆ ਸੀ। ਉਹ ਹੋਇਆ ਕੀ ਸੀ, ਉਹ ਜਰਾਸੰਧ ਦੇ ਉੱਤੇ ਸਾਰ ਸੰਤ ਜੀ ਚੜ੍ਹਾਈ ਕਰਕੇ ਗਏ ਆ, ਬਲਭੱਦਰ ਜਿਹੜਾ ਸੀ, ਅਤੇ ਜਿਹਨੂੰ ਆਪਾਂ ਪਟਨਾ ਸਾਹਿਬ ਕਹਿੰਦੇ ਹਾਂ ਅਜਰੇ ਸਮੇਂ 'ਚ। ਪਹਿਲਾਂ ਇਹਦਾ ਨਾਮ ਸੀ ਪਾਟਲੀ ਪੁੱਤਰ, ਮਗਧ ਦੇਸ਼ ਸੀ, ਅਤੇ ਮਗਧ ਦੇਸ਼ ਦਾ ਰਾਜਾ ਸੀ ਸਾਰ ਸੰਤ ਜੀ ਮੱਘਪਾਲ ਜਰਾਸੰਧ। ਅਤੇ ਜਰਾਸੰਧ ਜਿਹੜਾ ਸੀ ਸਾਰ ਸੰਤ ਜੀ ਇਹਦੇ ਉੱਤੇ ਚੜ੍ਹਾਈ ਕਰਕੇ ਗਿਆ ਸੀ, ਬਲਭੱਦਰ ਕ੍ਰਿਸ਼ਨ ਜੀ ਦਾ ਭਰਾ। ਅਤੇ ਜਰਾਸੰਧ ਜਿਹੜਾ ਸੀ ਨਾ ਉਹਨੂੰ ਜਦੋਂ ਸਾਰ ਸੰਤ ਜੀ ਮਾਰਨਾ ਕੀਤਾ, ਕਹਿੰਦੇ ਮਰਦਾ ਨਹੀਂ ਸੀਗਾ। ਹਾਂਜੀ, ਹੋਇਆ ਕੀ ਵੀ ਕ੍ਰਿਸ਼ਨ ਜੀ ਨੇ
ਮਾਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਨਾ ਹੀ ਮਰਿਆ ਵਾਰ-ਵਾਰ ਉਹ ਟੋਟੇ ਕਰ ਦਿੰਦਾ ਸੀ ਵਿਚਾਰਾ, ਦੁਬਾਰੇ ਫੇਰ ਜੁੜ ਜਾਂਦਾ ਸੀ। ਤਾਂ ਸਾਰ ਸੰਤ ਜੀ ਬੜਾ ਪਰੇਸ਼ਾਨ ਹੋਇਆ ਅਤੇ ਅਖੀਰ ਨੂੰ ਕਹਿੰਦੇ ਸਾਰ ਸੰਤ ਜੀ ਕ੍ਰਿਸ਼ਨ ਜੀ ਨੇ ਨਾ ਫਿਰ ਆਪਣੇ ਭਾਈ ਨੂੰ ਇਸ਼ਾਰਾ ਮਾਰਿਆ। ਆ ਕਾਨਾ ਹੁੰਦਾ ਜਿਹੜਾ ਤੀਲਾ, ਸਾਰ ਸੰਤ ਜੀ ਇਹਨੂੰ ਵਿਚਾਲਿਓਂ ਪਾੜ ਕੇ ਨਾ, ਸਰ ਦੇ ਤੀਲੇ ਨੂੰ ਪਾੜ ਕੇ ਅਤੇ ਅੱਧਾ ਉੱਧਰ ਨੂੰ ਸੁੱਟਤਾ ਅਤੇ ਅੱਧਾ ਉੱਧਰ ਨੂੰ ਵਗਾ ਕੇ ਮਾਰਿਆ। ਅਤੇ ਉਹਦਾ ਇਸ਼ਾਰਾ ਇਹ ਸੀ ਵੀ ਇਹਨੂੰ ਆਏ ਨਾ ਵੱਢ ਕੇ ਸੁੱਟ ਦੇ, ਇਹਨੂੰ ਅੱਧਾ ਸਰੀਰ ਉੱਧਰ ਨੂੰ ਸੁੱਟ ਦੇ, ਅੱਧਾ ਉੱਧਰ ਨੂੰ ਸੁੱਟ ਦੇ, ਵੀ ਜੁੜੇ ਨਾ ਦੁਬਾਰੇ। ਤਾਂ ਸਾਰ ਸੰਤ ਜੀ ਇਸ ਤਰੀਕੇ ਦੇ ਨਾਲ ਫਿਰ ਜਰਾਸੰਧ ਜਿਹੜਾ ਸੀ ਉਹਨੂੰ ਮਾਰਨਾ ਕੀਤਾ ਸੀ। ਕਵੀ ਜੀ ਕਹਿੰਦੇ ਵੀ ਜਿਵੇਂ ਜਰਾਸੰਧ ਦੈਂਤ ਦੇ ਉੱਤੇ ਜਿਹੜਾ ਬਲਭੱਦਰ ਸੀ ਨਾ, ਕ੍ਰਿਸ਼ਨ ਜੀ ਦਾ ਭਰਾ, ਉਹ ਸਾਵਧਾਨ ਹੋ ਕੇ ਤਿਆਰ ਬਰ ਤਿਆਰ ਹੋ ਕੇ ਗਿਆ ਸੀ ਚੜ੍ਹਾਈ ਕਰਕੇ। ਕਰ ਜਿਮ ਕੋ ਪਰ ਤੇ ਇੰਦਰ ਦੇਵਤਾ ਜਿਹੜਾ ਸੀ ਜਿਵੇਂ ਕਹਿੰਦੇ ਪਹਾੜਾਂ ਦੇ ਉੱਤੇ ਟੁੱਟ ਕੇ ਪੈ ਨਿਕਲਿਆ ਸੀ। ਇਹ ਨਾ ਸਾਰਾ ਮਿਥਿਹਾਸ ਹੈ। ਸਾਰ ਸੰਗਤ ਜੀ ਉਹ ਕਵੀ ਜੀ ਸਰਬ ਦੀ ਸਰਬ ਇੱਕ ਦ੍ਰਿਸ਼ਟਾਂਤ ਦਿੰਦੇ ਨੇ। ਮਿਸਾਲ ਜਿਹੜੀ ਹੁੰਦੀ ਹੈ ਨਾ, ਜਿਹੜਾ ਦ੍ਰਿਸ਼ਟਾਂਤ ਹੁੰਦਾ ਉਹਦਾ ਇੱਕ ਪੱਖ ਲਈਦਾ ਹੁੰਦਾ। ਪਹਿਲੇ ਵੀ ਬੇਨਤੀ ਕੀਤੀ ਸੀ। ਇਹ ਕਵੀ ਜੀ ਹੁਣ ਦੂਜਾ ਦ੍ਰਿਸ਼ਟਾਂਤ ਦਿੰਦੇ ਨੇ ਇੱਕ ਹੋਰ, ਕਹਿੰਦੇ ਵੀ ਸ਼ੱਕਰ ਜਿਮ ਕੋਹ ਪਰ। ਕਹਿੰਦੇ ਇਹਨਾਂ ਨਾ ਪਹਿਲਾਂ ਸਮੇਂ ਦੇ ਵਿੱਚ ਆ ਜਿਹੜੇ ਪਹਾੜ ਨੇ ਇਹਨਾਂ ਦੇ ਖੰਭ ਲੱਗੇ ਹੁੰਦੇ ਸੀ। ਸਾਰ ਸੰਤ ਜੀ ਪੌਰਾਣਿਕ ਮਤ ਅਨੁਸਾਰ, ਇਤਿਹਾਸ ਅਨੁਸਾਰ ਇਹ ਖੰਭ ਲੱਗੇ ਹੁੰਦੇ ਨੇ। ਕਹਿੰਦੇ ਵੀ ਇੱਕ ਥਾਂ ਤੋਂ ਡਾਰੀ ਮਾਰ ਕੇ ਦੂਏ ਥਾਂ 'ਤੇ ਚਲੇ ਜਾਂਦੇ ਸਨ ਅਤੇ ਆਪਣੇ ਜਿਹੜੇ ਜੱਟ ਭਾਊ ਨੇ ਇਹਨਾਂ ਦੀ ਫਸਲ ਖਰਾਬ ਕਰ ਦਿੰਦੇ ਸਨ। ਹੋਇਆ ਕਿ ਸਾਰ ਸੰਤ ਜੀ ਜਦੋਂ ਵੇਖਿਆ ਵੀ ਬੜਾ ਨੁਕਸਾਨ ਕਰਦੇ ਵੀ ਇੱਕ ਥਾਂ ਤੋਂ ਦੂਏ ਥਾਂ 'ਤੇ ਇਹ ਜਾਂਦੇ ਆ, ਡਿੱਗ ਪੈਂਦੇ ਆ। ਅਤੇ ਉਹਨੇ ਕੀ ਕੀਤਾ, ਸਾਰ ਸੰਤ ਜੀ ਫਿਰ ਨਾ ਆਪਣਾ ਸ਼ਾਸਤਰ ਤਿਆਰ ਕਰਨਾ ਕੀਤਾ, ਵੱਜਰ ਨਾਮ ਦਾ। ਵੱਜਰ ਜਿਹੜਾ ਸ਼ਾਸਤਰ 7 ਧਾਤੂਆਂ ਤੋਂ ਬਣਿਆ ਕਹਿੰਦੇ। ਅਤੇ ਉਹਨੇ ਫਿਰ ਵੱਜਰ ਸ਼ਾਸਤਰ ਫੜ ਕੇ ਸਾਰਿਆਂ ਦੇ ਖੰਭ ਝਾੜਤੇ, ਇੱਕ ਥਾਂ 'ਤੇ ਇਕੱਠੇ ਕਰਕੇ ਰੱਖਦੇ। ਤਾਂ ਸਾਰ ਸੰਗਤ ਜੀ ਉਹ ਕਵੀ ਜੀ ਇਹ ਨਾ ਆਪਣੇ ਦ੍ਰਿਸ਼ਟਾਂਤ ਦਿੰਦੇ ਨੇ, ਸਰਬ ਦੀ ਸਰਬ ਮਿਸਾਲ ਦਿੰਦੇ ਨੇ। ਕਹਿੰਦੇ ਵੀ ਸ਼ੱਕਰ ਜਿਵੇਂ ਕੋਹ ਪਰ, ਜਿਵੇਂ ਇੰਦਰ ਹੈ ਨਾ ਜਿਹੜਾ, ਉਹ ਪਹਾੜਾਂ ਦੇ ਉੱਤੇ ਭਾਰੀ ਪੈਂਦਾ, ਟੁੱਟ ਕੇ ਪੈਂਦਾ ਹੈ। ਚੱਕਰ ਹਰ ਦਰੋਹ ਪਰ, ਜਿਵੇਂ ਸੁਦਰਸ਼ਨ ਚੱਕਰ ਹੈ ਜਿਹੜਾ ਸਾਰ ਸੰਤ ਜੀ ਵਿਸ਼ਨੂੰ ਦੇ ਜਿਹੜੇ ਦੁਸ਼ਮਣ ਨੇ ਉਹਨਾਂ ਉੱਤੇ ਆਪਣੇ ਆਪ ਹੀ ਟੁੱਟ ਕੇ ਪੈ ਨਿਕਲਦਾ ਹੈ ਅਤੇ ਉਹਨਾਂ ਦੇ ਮਗਰ ਲੱਗ ਜਾਂਦਾ ਹੈ। ਸਿੱਖ ਮੋਹ ਪਰ ਤੈਸੇ ਬਲਵਾਨ ਹੈ। ਕਵੀ ਜੀ ਕਹਿਣਾ ਕੀ ਚਾਹੁੰਦੇ ਨੇ, ਸਾਰ ਸੰਤ ਜੀ ਕਹਿਣਾ ਇਹ ਚਾਹੁੰਦੇ ਨੇ ਵੀ ਗੁਰੂ ਮਹਾਰਾਜ ਜੀ ਸਿੱਖ ਦੇ ਮੋਹ ਦੇ ਉੱਤੇ ਐਵੇਂ ਬਲਵਾਨ ਨੇ। ਗੱਲ ਸਿਰਫ ਇੰਨੀ ਕੀ ਕਹਿਣੀ ਸੀ ਕਵੀ ਜੀ ਨੇ, ਪਰ ਦ੍ਰਿਸ਼ਟਾਂਤ ਦੁਨੀਆ ਦੇ ਤਗੜੇ ਤਗੜੇ ਦੇਣਾ ਕੀਤੇ ਤਾਂ ਕਿ ਆਪਾਂ ਨੂੰ ਇਹ ਗੱਲ ਸਮਝ ਆ ਸਕੇ। ਸਤਿਗੁਰੂ ਮਹਾਰਾਜ ਜੀ ਸਿੱਖ ਦੇ ਦਿਲ ਵਿੱਚ ਜਿਹੜਾ ਮੋਹ ਹੈ ਨਾ ਪਰਿਵਾਰ ਦਾ, ਸਾਰ ਸੰਤ ਜੀ ਇਹਦੇ ਉੱਤੇ ਐਵੇਂ ਬਲਵਾਨ ਨੇ। ਮਹਾਰਾਜ ਜੀ ਮੋਹ ਨੂੰ ਕੱਟ ਦਿੰਦੇ ਨੇ, ਵੱਢ ਦਿੰਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ। ਗੁਰੂ ਮਹਾਰਾਜ ਜੀ ਸਿੱਖ ਦੇ ਦਿਲ ਦੇ ਵਿੱਚ ਉਹ ਕਰਤਾ ਭੁਗਤਾ ਹੰਗਤਾ ਮਮਤਾ ਦੇ ਜਿਹੜੇ ਬੰਧਨ ਨੇ ਨਾ, ਇਹ ਸਾਰੇ ਕੱਟ ਦਿੰਦੇ ਹਨ। ਕਾਹੇ ਬਾਲਾ ਸ੍ਰੀ ਗੁਰੂ ਜੀ। ਤੇ ਕਵੀ ਜੀ ਅੱਗੇ ਕਥਾ ਤੋਰਦੇ ਹੋਏ ਸਾਰ ਸੰਤ ਜੀ ਬਚਨ ਕਰਦੇ ਨੇ। ਕਹਿੰਦੇ ਕਿ ਭਾਈ ਬਾਲਾ ਜੀ ਕਹਿਣ ਲੱਗਾ, ਸਾਰ ਸੰਤ ਜੀ ਖਿਆਲ ਰੱਖਣਾ, ਭਾਈ ਬਾਲਾ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਬੈਠ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਾਰਾ ਇਤਿਹਾਸ ਸੁਣਾਉਂਦੇ ਪਏ ਨੇ, ਹੋਰ ਸੰਗਤਾਂ ਨੂੰ ਸੁਣਾਉਂਦੇ ਪਏ ਨੇ। ਅਤੇ ਗੁਰੂ ਪਾਤਸ਼ਾਹ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ, ਹੋਰ ਜਿਹੜੇ ਸਰੋਤੇ ਸੁਖ ਨੇ ਜਿਹੜੇ ਸੁਣਦੇ ਪਏ ਨੇ। ਅਤੇ ਮਹਾਰਾਜ ਸਾਹਿਬ ਜੀ ਸਾਰ ਸੰਤ ਜੀ ਸਿੱਖਾਂ ਨੂੰ ਨਾਲ ਲਾ ਕੇ ਅਤੇ ਆਪਣੇ ਬੜੇ ਪਿਆਰ ਦੇ ਨਾਲ ਜਿਹੜਾ ਗੁਰ ਇਤਿਹਾਸ ਲਿਖਾਉਂਦੇ ਪਏ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ। ਕਵੀ ਜੀ ਕਹਿੰਦੇ ਕਿ ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਮਹਾਰਾਜ ਜੀਓ ਸੁਣੋ ਕਥਾ ਇਤਿਹਾਸ। ਇਹ ਜਿਹੜੀ ਇਤਿਹਾਸ ਦੀ ਕਥਾ ਨਾ ਆਪ ਜੀ ਸੁਣਨਾ ਕਰੋ। ਜੈਸ ਭਾਂਤ ਹਰ ਖੇਲ ਹੀ, ਜਿਸ ਤਰੀਕੇ ਦੇ ਨਾਲ ਉਹ ਵਾਹਿਗੁਰੂ ਪਰਮਾਤਮਾ ਪਾਪਾਂ ਨੂੰ ਨਾਸ਼ ਕਰਨ ਵਾਲਾ ਬਹੁਤ ਤਰ੍ਹਾਂ ਦੇ ਖੇਡਾਂ ਨੂੰ ਖੇਡਦਾ ਹੈ, ਕੌਤਕ ਕਰਦਾ ਹੈ। ਕਲਮਲ ਦਾਸ, ਜਿਹੜੇ ਸਤਿਗੁਰੂ ਮਹਾਰਾਜ ਜੀ ਆਪਣੇ ਦਾਸਾਂ ਦੇ ਪਾਪਾਂ ਨੂੰ ਕੱਟਣ ਵਾਲੇ ਹਨ। ਬਾਲਕ ਸੋ ਮਿਲ ਖੇਲਤ ਖੇਲਣ, ਸਤਿਗੁਰੂ ਮਹਾਰਾਜ ਜੀ ਬੱਚਿਆਂ ਨਾਲ ਮਿਲ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਨੂੰ ਖੇਡਦੇ ਹਨ। ਬਿਲੋਕਤ ਤਾਤ ਦੁਲਾਰ, ਜਦੋਂ ਸਾਰ ਸੰਤ ਜੀ ਬਾਬਾ ਜੀ ਆਪਣੇ ਪੁੱਤਰ ਨੂੰ ਵੇਖਦੇ ਨੇ ਤਾਂ ਬਹੁਤ ਜ਼ਿਆਦਾ ਲਾਡ ਲਡਾਉਂਦੇ ਹਨ। ਭੂਖਨ ਚੀਰ ਸਰੀਰ ਧਰੇ, ਬਹੁਤ ਜ਼ਿਆਦਾ ਸੋਹਣੇ ਸੋਹਣੇ ਜਿਹੜੇ ਗਹਿਣੇ ਸਨ ਅਤੇ ਜਿਹੜੇ ਚੀਰ ਵਸਤਰ ਨੇ ਸਰੀਰ ਦੇ ਉੱਤੇ ਮਹਾਰਾਜ
ਮਰਿਆਦਾ ਦੇ ਧਰਨ ਕੀਤੇ ਨੇ, ਪਾਏ ਹੋਏ ਨੇ। ਤਲਵੰਡੀ ਕੀ ਵਿਚੀ ਵਿਹਾਰ ਤੇ ਸਤਿਗੁਰੂ ਮਹਾਰਾਜ ਜੀ ਰਾਏ ਭੋਏ ਦੀ ਤਲਵੰਡੀ ਹੈ ਨਾ ਜਿਹੜੀ, ਇਹਦੀਆਂ ਗਲੀਆਂ ਦੇ ਵਿੱਚ ਵਿਚਰਦੇ ਹਨ। ਦੌੜ ਚਲੇ ਕਬ ਵੈਸ ਰਹੇ, ਕਦੇ ਤਾਂ ਸਤਿਗੁਰੂ ਜੀ ਦੌੜ ਕੇ ਚੱਲਦੇ ਨੇ, ਕਦੇ ਬਹਿ ਜਾਂਦੇ ਹਨ। ਮਦਰ ਮੁਖ ਬੈਨ ਉਚਾਰ, ਤੇ ਕਦੇ ਕਰਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਬਹੁਤ ਮਿੱਠੇ ਮਿੱਠੇ ਜਿਹੜੇ ਬੋਲ ਨੇ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ। ਤੇ ਮਾਤਾ ਜੀ ਬਲਿਹਾਰ ਸਦਕੇ ਜਾਂਦੇ ਨੇ, ਤੇ ਸਦਕੇ ਜਾ ਜਾ ਕੇ ਵਾਰ-ਵਾਰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ। ਇੱਕ ਵਾਸੁਰ ਕਾਲ ਵਿਚਾਰ ਕੀਓ, ਇੱਕ ਦਿਨ ਦੀ ਗੱਲਬਾਤ ਹੈ ਵੀ ਧੰਨ ਬਾਬਾ ਮਹਿਤਾ ਕਾਲੂ ਜੀ ਨੇ ਵਿਚਾਰ ਕੀਤੇ। ਪੜੜੇ ਬੈਨ ਨਾਨਕ ਵੈਸ ਵਿਹਾਏ, ਮਨ 'ਚ ਖਿਆਲ ਕੀਤਾ ਕਿ ਮੇਰਾ ਜਿਹੜਾ ਪੁੱਤਰ ਨਾਨਕ ਹੈ ਨਾ, ਇਹਦੀ ਜਿਹੜੀ ਉਮਰ ਹੈ ਸਾਰੀ ਦੀ ਸਾਰੀ ਪੜ੍ਹਨ ਤੋਂ ਬਿਨਾਂ ਹੀ ਬਤੀਤ ਹੋ ਜਾਵੇਗੀ, ਨਹੀਂ ਤਾਂ ਸਿਕਾਰ ਕਰੇ ਗੁਜਰਾਨ। ਜੇ ਪੜ੍ਹਨ ਤੋਂ ਬਿਨਾਂ ਹੀ ਇਹਦੀ ਉਮਰ ਬਤੀਤ ਹੋਗੀ, ਫਿਰ ਵੱਡਾ ਹੋ ਕਰਕੇ ਕਿਹੜਾ ਕੰਮ ਕਰੇਗਾ ਜਿਹਦੇ ਕਰਕੇ ਇਹਦਾ ਗੁਜ਼ਾਰਾ ਹੋਵੇ ਜ਼ਿੰਦਗੀ ਦਾ। ਕਰਕੇ ਤਨ ਲੈ ਕਮਾਏ, ਕਿਹੜਾ ਕੰਮ ਕਰਕੇ ਮੇਰਾ ਪੁੱਤਰ ਧਨ ਦੌਲਤ ਕਮਾ ਲਵੇਗਾ। ਨਿਜ ਕਰ ਕੀ ਰੀਤ ਬਿਨਾ ਨਾ ਬਨੇ ਕ੍ਰਿਤ, ਤੇ ਆਪਣੇ ਘਰ ਦਾ ਜਿਹੜਾ ਖਾਨਦਾਨੀ ਕੰਮ ਹੈ ਉਹ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਕਰਨਾ ਬਣਦਾ ਨਹੀਂ ਹੈ। ਜੇ ਕਰ ਹੈ ਜਗ ਨਿੰਦ ਅਲਾਏ, ਜੇਕਰ ਕੋਈ ਆਪਣੇ ਖਾਨਦਾਨ ਵਾਲੇ ਕੰਮ ਨੂੰ ਛੱਡ ਕੇ ਕੋਈ ਦੂਜਾ ਕੰਮ ਵੱਢ ਲਵੇ ਤਾਂ ਦੁਨੀਆ ਨਿੰਦਿਆ ਕਰ ਜੇਗਾ। ਲਓ ਜੀ ਇੰਨਾ ਵਧੀਆ ਇਹਨਾਂ ਦਾ ਕਾਰੋਬਾਰ ਕਾਰ ਵਿਹਾਰ ਸੀ, ਆਦੇ ਪਿਓ ਵਾਲਾ ਦਾਦਿਆਂ ਵਾਲਾ ਕੰਮ ਛੱਡ ਕੇ ਖਾਨਦਾਨੀ ਕੰਮ ਛੱਡ ਕੇ ਤਾਂ ਦੂਆ ਕੰਮ ਸ਼ੁਰੂ ਕਰ ਲਿਆ ਇਹਨਾਂ ਨੇ। ਸੋ ਸਾਰ ਸੰਤ ਜੀ ਹੁਣ ਜੇ ਕੋਈ ਆਪਣੇ ਜੱਟ ਭਾਵ ਨੂੰ ਆ ਕੇ ਲੈ ਵੀ ਤੂੰ ਗੁੱਲੀ ਘੜ ਲੈ ਤੇ ਸਾਰ ਸੰਤ ਜੀ ਘੜ ਲੂ, ਉਹ ਵਿਚਾਰਾ ਉਹ ਗੱਲ ਬਣਨੀ ਨਹੀਂ। ਸੋ ਸਾਰ ਸੰਤ ਜੀ ਜਿਸ ਕਾ ਕੰਮ ਉਸੀ ਕੋ ਸਾਜੇ ਹੁੰਦਾ ਹੈਗਾ, ਉਹ ਖੂਨ ਦੇ ਵਿੱਚ ਹੀ ਹੁੰਦਾ। ਤਾਂ ਸਾਰ ਸੰਤ ਜੀ ਜੇਕਰ ਹੁਣ ਕੋਈ ਕਿਸੇ ਆਖੇ ਵੀ ਲੈ ਭਾਈ ਸਾਰੀ ਉਮਰ ਸਾਰ ਸੰਤ ਜੀ ਉਹਨੇ ਕਿ ਵਾਹਿਗੁਰੂ ਦਾ ਨਾਂ ਵੀ ਤੂੰ ਕੀਰਤਨ ਕਰ ਲੈ, ਉਹ ਕਰ ਲੂ ਭਾਈ, ਨਹੀਂ ਕਰ ਸਕਦਾ ਹੈਗਾ। ਸੋ ਸਾਰ ਸੰਤ ਜੀ ਇਹੀ ਖਾਸ ਹਿਸਾਬ ਕਿਤਾਬ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਾਰੇ ਪਿਤਾ ਜੀ ਨੇ ਸੋਚਿਆ ਵੀ ਮੇਰਾ ਪੁੱਤਰ ਹੈ ਜਿਹੜਾ ਮੇਰੇ ਵਾਲਾ ਹੀ ਕੰਮ ਕਰੇ। ਮੈਂ ਪਟਵਾਰ ਖਾਨੇ ਵਾਲਾ ਕੰਮ ਕਰਦਾ ਸਾਂਭਦਾ, ਮੇਰਾ ਪੁੱਤਰ ਵੀ ਪਟਵਾਰ ਕੋਈ ਬਣੇ। ਤਾਂ ਸਾਰ ਸੰਤ ਜੀ ਇਸ ਤਰੀਕੇ ਦੇ ਨਾਲ ਬਾਬਾ ਜੀ ਨੇ ਸੋਚਣਾ ਕੀਤਾ ਵੀ ਆਪਣੇ ਘਰ ਵਾਲੇ ਕੰਮ ਤੋਂ ਬਿਨਾਂ, ਖਾਨਦਾਨ ਵਾਲੇ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਕਰਨਾ ਬਣਦਾ ਨਹੀਂ ਹੈ। ਜੇਕਰ ਕੋਈ ਬੰਦਾ ਕਰ ਲਵੇ ਤਾਂ ਦੁਨੀਆ ਨਿੰਦਿਆ ਕਰਦੀ ਹੈ। ਕਹਿੰਦਾ ਵੀ ਹੁਣ ਮੈਨੂੰ ਕੀ ਯੋਗ ਹੈ, ਮੈਨੂੰ ਇਹੀ ਯੋਗ ਹੈ ਵੀ ਮੈਂ ਆਪਣੇ ਪੁੱਤਰ ਨੂੰ ਪੜ੍ਹਾ ਲਵਾਂ। ਬੜ ਹੋਏ ਜਵੇ ਨਾ ਪੜਿਓ ਤਬ ਜਾਏ, ਜਦੋਂ ਇਹ ਵੱਡਾ ਹੋ ਗਿਆ ਨਾ ਫਿਰ ਇਹਦੇ ਕੋਲ ਪੜ੍ਹਿਆ ਨਹੀਂ ਜਾਵੇਗਾ। ਸੁਤ ਨਾਨਕ ਸੰਗ ਚਲਿਆ, ਤੋ ਸਾਰ ਸੰਗਤ ਜੀ ਇਹ ਸੋਚ ਕੇ ਬਾਬਾ ਜੀ ਆਪਣੇ ਪੁੱਤਰ ਨਾਨਕ ਪਾਤਸ਼ਾਹ ਮਹਾਰਾਜ ਨੂੰ ਨਾਲ ਲੈ ਕੇ ਚੱਲ ਪਏ। ਪਾਰਸੀ ਵਾਲ ਪੜੇ ਮਿਲ ਬਿੰਦਰਾ, ਜਿਸ ਥਾਂ ਦੇ ਉੱਪਰ ਬਹੁਤ ਯਾਰਾ ਬੱਚੇ ਆਪਸ ਵਿੱਚ ਹੀ ਮਿਲ ਕੇ ਬਹਿ ਕੇ ਤੇ ਫਾਰਸੀ ਪੜ੍ਹਦੇ ਪਏ ਹਨ। ਬੁਲਾਨੇ ਕੀ ਜਾਏ ਸਮੀਪ, ਬਾਬਾ ਜੀ ਜਾ ਚਲੇ ਗਏ ਮਦਰਸੇ ਦੇ ਵਿੱਚ, ਪਾਠਸ਼ਾਲਾ ਦੇ ਵਿੱਚ, ਤੇ ਜਾ ਕਰਕੇ ਨਾ ਮੌਲਾਨਾ ਸਾਹਿਬ ਜੀ ਦੇ ਕੋਲ ਬੈਠ ਗਏ। ਤੇ ਬੜੇ ਸਾਰ ਸੰਤਰੀ ਦਰਦ ਵਾਲੇ ਜਿਹੜੇ ਬੋਲ ਸਨ ਨਾ, ਬੜੇ ਪਿਆਰ ਦੇ ਨਾਲ ਬਾਬਾ ਜੀ ਨੇ ਆਖਣਾ ਕੀਤੇ ਉਹਨਾਂ ਦੇ ਤਾਈ। ਆਖਿਆ ਕਿ ਆਪਣਾ ਬੇਨਤੀ ਹੈ, ਆਪਣਾ ਨੂਰਦੀਨ ਕਾ ਆਪਣਾ ਮੁੱਲਾ ਸਾਹਿਬ ਜੀ, ਕੁਤਬਦੀਨ ਸਾਹਿਬ ਜੀ ਵੀ ਕਿਰਪਾ ਕਰਕੇ ਮੇਰਾ ਜਿਹੜਾ ਪੁੱਤਰ ਹੈ ਨਾ ਇਹਨੂੰ ਬੜੇ ਪਿਆਰ ਨਾਲ ਪੜ੍ਹਾ ਦੇਵੋ। ਇਹ ਤੂਰਨ ਹੈ ਮਤ ਬੰਦਾ, ਇਹ ਛੇਤੀ ਹੀ ਪੜ ਜਾਵੇਗਾ, ਬਹੁਤ ਬੁੱਧੀਵਾਨ ਹੈ, ਬਹੁਤ ਸਿਆਣਾ ਪੁੱਤਰ ਹੈ ਮੇਰਾ। ਰੋਜ਼ ਭਲੋ ਮੁਝ ਦੇਹੋ ਬਤਾ। ਅੱਛਾ ਜੀ, ਅੱਜ ਤਾਂ ਮੈਂ ਤੁਹਾਨੂੰ ਉਹੀਓ ਲੈ ਕੇ ਆਇਆ ਬੱਚੇ ਨੂੰ ਆਪ ਜੀ ਦੇ ਪਾਸ, ਤੇ ਹੁਣ ਤੁਸੀਂ ਮੈਨੂੰ ਕੀ ਸੋਹਣਾ ਜਿਹਾ ਦਿਨ ਦੱਸ ਦਿਓ। ਹਾਂਜੀ, ਚੰਗਾ ਜਿਹਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਦੱਸ ਦਿਓ ਵੀ ਜਿਹਦੇ ਕਰਕੇ ਆਨ ਪੜੇ ਤੂੰ ਨੰਦਾ, ਵੀ ਮੈਂ ਆਪਣੇ ਪੁੱਤਰ ਨੂੰ ਲਿਆ ਕੇ ਤੁਹਾਡੀ ਪਾਠਸ਼ਾਲਾ ਵਿੱਚ ਬਿਠਾ ਦੇਵਾਂਗਾ, ਦਾਖਲ ਕਰਾ ਦੇਵਾਂਗਾ। ਜਿਹੜੇ ਪੜ੍ਹੇਗਾ ਤੇ ਫਿਰ ਮੈਂ ਖੁਸ਼ ਹਾਂ। ਵੈਨ ਜੋ ਮਲਾਨੇ ਬਣੇ
ਸੁਬੇ ਦਿਵਸ ਭਲੋ। ਤੇ ਇਸ ਤਰੀਕੇ ਨਾਲ ਮੌਲਾਨਾ ਸਾਹਿਬ ਜੀ ਨੇ ਫਿਰ ਅੱਗੋਂ ਜਵਾਬ ਦਿੱਤਾ, ਕਹਿੰਦਾ ਵੀ ਬਾਬਾ ਮਹਿਤਾ ਕਾਲੂ ਜੀਓ, ਸਵੇਰ ਵਾਲਾ ਜਿਹੜਾ ਦਿਨ ਹੈ ਨਾ, ਕੱਲ ਨੂੰ ਸਵੇਰੇ, ਇਹ ਬਹੁਤ ਸੋਹਣਾ ਦਿਨ ਹੈ। ਤਬ ਮਾਹੀ ਫਰਜ਼ੰਦ ਕੋ ਬਿਠਾਈ ਹੈ। ਤੁਸੀਂ ਐਂ ਕਰਿਓ, ਇਹ ਮਦਰਸੇ ਦੇ ਵਿੱਚ ਆਪਣੇ ਫਰਜ਼ੰਦ ਨੂੰ, ਪੁੱਤਰ ਨੂੰ ਬਿਠਾ ਦਿਓ, ਤੁਸੀਂ ਇੱਥੇ ਦਾਖਲ ਕਰਾ ਦਿਓ ਕੱਲ ਨੂੰ ਪਾਠਸ਼ਾਲਾ ਦੇ ਵਿੱਚ। ਏਤ ਸੋ ਪੜਾਓ। ਤੇ ਬਾਬਾ ਜੀ ਮੈਂ ਬੜੇ ਪਿਆਰ ਦੇ ਨਾਲ ਰੀਝ ਨਾਲ ਪੜਾਵਾਂਗਾ। ਨਾ ਖਿਲਾਫ ਤੁਝ ਸੰਗ ਗਾਓ। ਹਾਂ, ਮੈਂ ਤੇਰੇ ਉਲਟ ਜਿਹੜੀ ਗੱਲਬਾਤ ਜਾਂਦੀ ਹੈ ਉਹ ਕੋਈ ਨਹੀਂ ਇਸ ਨੂੰ ਸਿਖਾਵਾਂਗਾ, ਕਹਾਂਗਾ। ਏਰੋ ਹੋਸ਼ਬੰਦ। ਮੈਂ ਵੇਖਦਾ ਕਿ ਤੁਹਾਡਾ ਪੁੱਤਰ ਹੈ ਜਿਹੜਾ ਬੜਾ ਸਿਆਣਾ ਹੈ। ਧਾਮ ਨਿਜ ਜਾਈਐ। ਹੁਣ ਤੁਸੀਂ ਇਉਂ ਕਰੋ, ਆਪਣੇ ਘਰ ਨੂੰ ਚਲੇ ਜਾਇਓ ਤੇ ਕੱਲ ਨੂੰ ਇੱਥੇ ਦਾਖਲ ਕਰਾ ਜਿਓ। ਕਾਲੂ ਤਬ ਗਇਓ ਰਹਿਣ ਭਈ ਖਾਨ ਪਾਨ ਕੀਓ। ਬਾਬਾ ਮਹਿਤਾ ਕਾਲੂ ਜੀ ਫਿਰ ਚਲੇ ਗਏ ਤੇ ਜਦੋਂ ਰਾਤ ਹੋਈ ਤੇ ਪ੍ਰਸ਼ਾਦਾ ਪਾਣੀ ਛਕਿਆ। ਹੋਰ ਸੋਭ ਹੋਰ ਉੱਠ ਦੇਖਿਓ ਸੁਖਦਾਈ ਹੈ। ਤੇ ਸਵੇਰ ਵੇਲੇ ਫਿਰ ਬਾਬਾ ਜੀ ਉੱਠੇ ਨੇ ਤੇ ਸੁਖਦਾਤਾ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਵੇਖਣਾ ਕੀਤਾ। ਨਾਨਕ ਕੋ ਸੰਗ ਲੈ ਬੈਨ ਸੋ ਦਿਲਾਇਓ ਦੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਾਲ ਲੈਣਾ ਕੀਤਾ ਤੇ ਸਾਰ ਸੰਗਤ ਦੀ ਬੈਨ ਸੋ ਦਿਲਾਸੋ ਦੇਵ। ਤੇ ਬੜੇ ਆਪਣੇ ਮਿੱਠੇ ਬੋਲ ਬੋਲ ਕੇ ਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਦਿਲਾਸਾ ਦੇਣਾ ਕੀਤਾ। ਪੜੋ ਕਰ ਪ੍ਰੀਤ ਰੀਤ ਕਤੂ ਨਾ ਧਾਈਐ। ਆਖਿਆ ਕਿ ਪੁੱਤਰ ਪਿਆਰ ਦੇ ਨਾਲ ਤੇ ਹਿਰਦੇ ਦੀ ਨੀਤ ਦੇ ਨਾਲ ਪੜ੍ਹਨਾ ਕਰ। ਤੂੰ ਹੁਣ ਤੂੰ ਕਿਤੋਂ ਹੁਣਾ ਧਾਈਏ, ਇੱਧਰ ਉੱਧਰ ਕਿਤੇ ਦੌੜਨਾ ਨਾ ਕਰ, ਭੱਜਣਾ ਨਾ ਕਰ। ਜਿਵੇਂ ਬੱਚਿਆਂ ਨਾਲ ਤੂੰ ਮਿਲ ਕੇ ਖੇਡਦਾ ਹੈ, ਇਹ ਖੇਡਣਾ ਬੰਦ ਕਰ ਦੇ। ਮਕਤਬ ਆਏ ਏਕ ਕਾਰ ਕਕ ਦੀਨੋ ਕਾਲ। ਤੇ ਸਾਰ ਸੰਦਰੀ ਪਾਠਸ਼ਾਲਾ ਵਿੱਚ ਆ ਕੇ, ਮਦਰਸੇ ਦੇ ਵਿੱਚ ਆ ਕੇ 1 ਰੁਪਈਆ ਜਿਹੜਾ ਸੀ ਨਾ ਚਾਂਦੀ ਦਾ, ਬਾਬਾ ਮਹਿਤਾ ਕਾਲੂ ਜੀ ਨੇ ਆਪਣਾ ਪਾਂਧਾ ਜੀ ਦੇ ਵਾਹਿਗੁਰੂ ਕਾਜੀ ਵਾਹਿਗੁਰੂ ਮੁੱਲਾ ਕੁਤਬਦੀਨ ਜੀ ਦੇ ਪਾਸ ਦੇਣਾ ਕੀਤਾ। ਕਸ਼ਕ ਮਠਾਈ ਵਾਡ ਪੱਟੀਆਂ ਲਿਖਾਈ ਹੈ। ਤੇ ਕੁਝ ਕੁ ਮਠਿਆਈ ਲੈ ਕੇ ਆਏ ਸਨ ਬਾਬਾ ਜੀ, ਤੇ ਉਹ ਬੱਚਿਆਂ ਦੇ ਵਿੱਚ ਵਰਤਾ ਦੇਣਾ ਕੀਤੀ। ਤੇ ਜਿਹੜੀ ਫੱਟੀ ਸੀ ਕਲਮਦਵਾਤ, ਇਹਦੇ ਉੱਤੇ ਸਾਰ ਸੰਗਤ ਦੀ ਉਹ ਸੋਹਣੇ ਅੱਖਰ ਜਿਹੜੇ ਸਨ ਲਿਖਵਾਉਣਾ ਕੀਤੇ। ਮੁੱਲਾ ਨੇ ਕਲਮ ਗੈ ਅਵਲ ਅਲਫ ਲਿਖ। ਤੇ ਮੌਲਾਨਾ ਸਾਹਿਬ ਜੀ ਨੇ ਕੀ ਕੀਤਾ, ਸਾਰਿਆਂ ਤੋਂ ਪਹਿਲਾਂ ਕਲਮ ਫੜ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫੱਟੀ ਦੇ ਉੱਤੇ ਸਾਰ ਸੰਗਤ ਦੀ ਅਵਲ ਦਾ ਅਰਥ ਹੈ ਪਹਿਲਾਂ, ਅਲਫ ਬੇ ਤੇ ਟੇ ਸੇ, ਇਹ ਸਾਰ ਸੰਗਤ ਜਿਹੜੇ ਅੱਖਰ ਸਨ ਆਪਣਾ ਫਾਰਸੀ ਵਾਲੇ, ਵਾਹਿਗੁਰੂ ਉਰਦੂ ਵਾਲੇ, ਇਹ ਲਿਖਣਾ ਕੀਤੇ। ਬਾਹਰੋਂ ਸਹਿਰਫੀ ਸੋ ਸਭ ਹੀ ਪੜ੍ਹਾਈ ਹੈ। ਤੇ ਬਾਅਦ ਦੇ ਵਿੱਚ ਸਾਰ ਸੰਗਤ ਦੀ ਜਿਹੜੀ ਫਾਰਸੀ ਦੀ 35 ਸੀ ਨਾ, ਜਿਵੇਂ ਆਪਣਾ ਊੜਾ ਐੜਾ ਹੁੰਦਾ, ਐਵੇਂ ਜਿਹੜਾ ਸਾਰ ਸੰਗਤ ਦੀ ਫਾਰਸੀ ਦੀ 35 ਸੀ, ਉਹ ਸਾਰੀ ਦੀ ਸਾਰੀ ਪੜ੍ਹਾਉਣਾ ਕੀਤੀ ਹੈ। ਕੇ ਕਹਿਣ ਮੈਂ ਦੇਰ ਕਛ ਲਾਗੇ ਮਨੋ। ਕਵੀ ਜੀ ਕਹਿੰਦੇ ਮੌਲਾਨਾ ਸਾਹਿਬ ਜੀ ਦੇ ਕਹਿਣ ਦੇ ਵਿੱਚ ਤਾਂ ਕਹਿ ਲਓ, ਮੰਨ ਲਓ ਵੀ ਕੁਝ ਨਾ ਕੁਝ ਦੇਰ ਲੱਗ ਜਾਂਦੀ ਹੈ, ਥੋੜਾ ਸਮਾਂ ਲੱਗ ਜਾਂਦਾ ਹੈ। ਨਾਨਕ ਕੀ ਰਸਨਾ ਮੈਂ ਦੇਰ ਹੂ ਨਾ ਪਾਈ ਹੈ। ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਸਨਾ ਦੇ ਵਿੱਚ ਪਿਆਰਿਓ ਦੇਰ ਹੀ ਨਹੀਂ ਪਾਈ ਜੀ। ਕਹਿਣ ਤੋਂ ਭਾਵ ਮੌਲਾਨਾ ਸਾਹਿਬ ਬਾਅਦ ਚ ਬੋਲਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾਂ ਹੀ ਬੋਲ ਪੈਂਦੇ ਹਨ। ਭਇਓ ਬਿਸਮਾਦ ਇਹ ਪੜਿਓ ਕਹੂੰ ਆਦ ਮੋਤੇ। ਤੇ ਬੜਾ ਹੈਰਾਨ ਹੋਇਆ ਸਾਰ ਸੰਤ ਜੀ, ਜਿਹੜਾ ਮੁੱਲਾ ਸੀ ਨਾ ਕੁਤਬਦੀਨ, ਬੜਾ ਹੈਰਾਨ ਹੋਇਆ। ਕਈਆਂ ਨੇ ਨਾਮ ਕੁਤਬਦੀਨ ਲਿਖਣਾ ਕੀਤਾ ਪਿਆਰਿਓ, ਤੇ ਸਾਰ ਸੰਤ ਜੀ ਉਹ ਕਈਆਂ ਨੇ ਬੜੇ ਪਿਆਰ ਦਾ ਨੂਰਦੀਨ ਲਿਖਣਾ ਕੀਤਾ ਨਾਮ। ਸੋ ਵੱਖੋ ਵੱਖਰੀ ਦਾ ਰਹੋ ਵਿਚਾਰ। ਸੋ ਸਾਰ ਸੰਤ ਜੀ ਮਨ ਦੇ ਵਿੱਚ ਹੈਰਾਨ ਹੋਏ ਮੌਲਾਨਾ ਸਾਹਿਬ ਜੀ ਕਿ ਪੜ੍ਹਿਓ ਆਦ ਹੂੰ ਤੇ ਮੋਤੇ। ਇਹ ਐਂ ਜਾਪਦਾ ਵੀ ਮੇਰੇ ਤੋਂ ਪਹਿਲਾਂ ਹੀ ਕਿਤੇ ਪੜ੍ਹਿਆ ਹੋਇਆ ਹੈ। ਮੋਹ ਸੇ ਸਬਕ ਪੜ੍ਹੇ ਜਾਣਿਓ ਨਾ ਜਾਈ ਹੈ। ਇਹ ਮੇਰੇ ਤੋਂ ਹੀ ਸਬਕ ਪੜ੍ਹਦਾ ਪਿਆ ਇਸ ਵੇਲੇ ਕਿ ਜਾਂ ਪਹਿਲਾਂ ਹੀ ਪੜ੍ਹਿਆ ਹੋਇਆ। ਇਹ ਗੱਲਬਾਤ ਜਾਣੀ ਨਹੀਂ ਜਾਂਦੀ। ਮੁਸ਼ਕਲ ਪਾਰ
ਫਾਰਸੀ ਆਸਾਨ ਪੜੇ ਤਤਕਾਲ। ਇਹ ਜਿਹੜੀ ਫਾਰਸੀ ਹੈ ਨਾ, ਇਹ ਬਹੁਤ ਜਿਹੜਾ ਪੜ੍ਹਨ ਦੀ ਮੁਸ਼ਕਲ ਹੈ, ਪਰ ਇਹ ਬੜੀ ਆਸਾਨੀ ਨਾਲ ਛੇਤੀ ਕੋਈ ਪੜ੍ਹ ਲੈਂਦਾ। ਬਾਲਕ ਕੀ ਵੈਸ ਬੁੱਧ ਵਿਰਧ ਹੂੰ ਕੀ ਦੇਖੀ ਹੈ। ਇਹਨਾਂ ਦੀ ਉਮਰ ਤਾਂ ਬੱਚਿਆਂ ਵਾਲੀ ਹੈ, ਪਰ ਜਿਹੜੀ ਬੁੱਧੀ ਹੈ ਨਾ, ਇਹ ਬਜ਼ੁਰਗਾਂ ਵਾਲੀ ਦੇਖੀ ਦੀ ਆ, ਵੀ ਜਿਵੇਂ ਬਹੁਤ ਸਿਆਣਪ ਹੁੰਦੀ ਆ। जोर ते जबर और मानिए किताबन के। ਜ਼ੇਰ ਤੇ ਜ਼ਬਰ ਔਰ ਮਾਇਨੇ ਕਿਤਾਬਨ ਕੇ। ਸਾਰ ਸੰਤ ਜੀ ਜ਼ੇਰ ਕਹਿੰਦੇ ਨੇ ਸਿਹਾਰੀ ਦੇ ਤਾਈ, ਤੇ ਜ਼ਬਰ ਕਹਿੰਦੇ ਹਨ ਇਸੇ ਤਰੀਕੇ ਨਾਲ ਮੁਕਤੇ ਅੱਖਰਾਂ ਨੂੰ, ਜਿਵੇਂ ਸਿਹਾਰੀ ਬਿਹਾਰੀ ਹੈ ਨਾ, ਆਪਣਾ ਔਂਕੜ ਦਲੈਂਕੜ ਹੁੰਦੇ ਨੇ, ਲਗਾ ਮਾਤਰੀਆਂ, ਐਵੇਂ ਸਾਰ ਸੰਤ ਜੀ ਜ਼ੇਰ ਇਹ ਲਿਖਣਾ ਕੀਤੇ। ਤੇ ਜ਼ਬਰ ਕਹਿੰਦੇ ਨੇ ਮੁਕਤੇ ਨੂੰ, ਜਿਵੇਂ ਊੜਾ ਐੜਾ ਈੜੀ ਸੱਸਾ ਮੁਕਤਾ। ਮੁਕਤਾ ਕਿਹਨੂੰ ਕਹਿੰਦੇ ਨੇ? ਜਿਹੜੇ ਅੱਖਰ ਨੂੰ ਕੋਈ ਲਗ ਮਾਤਰ ਨਹੀਂ ਲੱਗੀਗੀ। ਹਾਂਜੀ, ਤੇ ਜਿਵੇਂ ਸੱਸਾ ਮੁਕਤਾ ਕੁਛ ਨਹੀਂ ਲੱਗਿਆ, ਨਾ ਸਿਹਾਰੀ ਔਂਕੜ ਦਲੈਂਕੜ ਕੱਖ ਨਹੀਂ ਲੱਗਿਆ, ਉਹ ਸਾਰ ਸੰਤ ਦੀ ਮੁਕਤ, ਜਿਹੜਾ ਸਾਰਿਆਂ ਆਪਣਾ ਲਗਾ ਮਾਤਰਾਵਾਂ ਤੋਂ ਮੁਕਤ ਹੋਵੇ। ਸੋ ਐਵੇਂ ਜਿਹੜੇ ਮੁਕਤੇ ਅੱਖਰ ਹਨ। ਤੇ ਹੋਰ ਜਿਹੜੇ ਸਾਰ ਸੰਤ ਦੀ ਮਾਇਨੇ ਦਾ ਅਰਥ ਹਾਂਜੀ, ਜਿਹੜੇ ਕਿਤਾਬਾਂ ਦੇ ਵਿੱਚ ਅਰਥ ਲਿਖੇ ਹੁੰਦੇ ਨੇ, ਜਾਂ ਕਿਤਾਬਾਂ ਦੇ ਜਿਹੜੇ ਮਾਇਨੇ ਨੇ, ਅਰਥ ਹਨ। ਦਫ਼ਤਰ ਲੇਖਾ ਜਮਾ ਖਰਚ ਵਿਸੇਖੀ ਹੈ। ਦਫ਼ਤਰ ਦੇ ਵਿੱਚ ਜਿਵੇਂ ਲੇਖਾ ਹਿਸਾਬ ਕਰੀਦਾ, ਜਮ੍ਹਾਂ ਕਿਵੇਂ ਕਰੀਦੇ ਨੇ, ਖਰਚ ਕਿਵੇਂ ਕਰੀਦਾ, ਇਹ ਸਾਰੇ ਦਾ ਸਾਰਾ ਜੋ ਬਕਾਇਆ ਬਚਾਅ ਹੋ ਗਿਆ, ਕਿੰਨਾ ਖਰਚਾ ਹੋਇਆ, ਕਿੰਨਾ ਜਮ੍ਹਾਂ ਹੋਇਆ, ਇਹ ਸਾਰੇ ਦਾ ਸਾਰਾ ਜਿੰਨਾ ਵੀ ਹੈ। 10 ਸਾਲ ਕੇ ਵਿਸਾਲ ਵਾਲ ਵੈਸੇ ਜੋ। ਮਨ ਦੇ ਵਿੱਚ ਖਿਆਲ ਕੀਤਾ ਵੀ ਮਨਾ 10 ਸਾਲਾਂ ਦੇ ਜਿਹੜੇ ਬੱਚੇ ਨੇ, ਇਹਨਾਂ ਤੋਂ ਵੱਡੇ ਜਿਹੜੇ ਬੱਚੇ ਨੇ ਉਮਰ ਦੇ ਵਿੱਚ, ਉਹ ਜਿਹੜੇ ਬੈਠੇ ਹਨ, ਪੜੇ ਨਾ ਸਮਾਨ ਇਸ। ਤੇ ਇਹਦੇ ਵਾਂਗੂ ਤਾਂ ਕੋਈ ਵੀ ਨਹੀਂ ਪੜ੍ਹਦਾ, ਸਾਰੇ ਇਹਦੇ ਤੋਂ ਪੁੰਜੇ ਹੀ ਹਨ, ਥੱਲੇ ਹੀ ਹਨ। ਉਹ ਅਵਰੇਖੀ ਹੈ। ਤੇ ਜਦੋਂ ਆਪਾਂ ਵੇਖਦੇ ਹਾਂ, ਦੇਖੀਦਾ, ਤੇ ਸਾਰੇ ਦੇ ਸਾਰੇ ਥੱਲੇ ਹੀ ਨੇ, ਇਹਨਾਂ ਵਰਗਾ ਸੋਹਣਾ ਕੋਈ ਨਹੀਂ ਪੜ੍ਹਦਾ। ਮਨੁੱਖ ਕੋ ਕਾਮ ਨਹਿ। ਇਹ ਕੋਈ ਬੰਦੇ ਦਾ ਤਾਂ ਕੰਮ ਜਾਪਦਾ ਨਹੀਂ। ਔਲੀਆ ਅਵਤਾਰ ਕੋ। ਇਹ ਤਾਂ ਪਰਮੇਸ਼ਰ ਦਾ ਕੋਈ ਅਵਤਾਰ ਹੈ, ਜਾਂ ਫਿਰ ਕੋਈ ਔਲੀਆ ਕਿਹਨੂੰ ਕਹਿੰਦੇ ਨੇ? ਜਿਹਦੇ ਵਿੱਚ ਸ਼ਕਤੀ ਹੋਵੇ, ਕਰਾਮਾਤ ਹੋਵੇ। ਇਹ ਜਾਂ ਤਾਂ ਕੋਈ ਔਲੀਆ ਪਰਮੇਸ਼ਰ ਦਾ, ਕੋਈ ਰੱਬ ਦਾ ਪਿਆਰਾ ਹੈ, ਤੇ ਜਾਂ ਕੋਈ ਫਿਰ ਅਵਤਾਰ ਹੈ। ਲੱਖ ਸੋ ਅਲੱਖ ਜਾ ਕੇ ਲੇਖ ਹੈ ਅਲੇਖੀ ਹੈ। ਇਹ ਜਾਣਨ ਤੋਂ ਪਰੇ ਹੈ, ਜਾਣਨ ਤੋਂ ਆਪਣਾ ਪਰੇ ਹੈ, ਇਹਨੂੰ ਜਾਣਿਆ ਨਹੀਂ ਜਾ ਸਕਦਾ ਪਾਪੀ ਮਨ ਕਰਕੇ। ਜਾਂ ਕਿ ਲੇਖ ਹੈ ਅਲੇਖੀਏ, ਤੇ ਇਹਦੇ ਜਿਹੜੇ ਹਿਸਾਬ ਕਿਤਾਬ ਨੇ, ਇਹਦੀ ਜਿਹੜੀ ਵਿੱਦਿਆ ਇਹ ਵੀ ਲੇਖੇ ਤੋਂ ਪਰੇ ਆ। ਇਹਦਾ ਵੀ ਕੋਈ ਹਿਸਾਬ ਨਹੀਂ ਵੀ ਇਹ ਪੜ੍ਹਿਆ ਕਿਵੇਂ ਹੈ। ਇਹ ਤਾਂ ਪਹਿਲੀ ਵਾਰੀ ਆਏ ਨੇ ਸਾਡੇ ਕੋਲੇ, ਤੇ ਜਦੋਂ ਮੈਂ ਬੋਲਦਾ ਮੇਰੇ ਤੋਂ ਪਹਿਲਾਂ ਹੀ ਇਹ ਬੋਲ ਪੈਂਦੇ ਨੇ। ਤੋ ਸਾਰ ਸੰਤ ਜੀ ਐਵੇਂ ਬੜੇ ਹੈਰਾਨ ਹੋਏ। ਸਤ ਪ੍ਰਕਾਸ਼ ਭਈ ਕਾਲੂ ਸੁਤ ਬੁੱਧ ਰਾਸ। ਤਾਂ ਉਸ ਵਕਤ ਸਾਰ ਸੰਤ ਜੀ ਉਹ ਮਨ 'ਚ ਖਿਆਲ ਕੀਤਾ ਵੀ ਇਹਨਾਂ ਦੀ ਵਡਿਆਈ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਦੁਨੀਆ ਦੇ ਵਿੱਚ, ਵੀ ਬਾਬੇ ਮਹਿਤਾ ਕਾਲੂ ਜੀ ਦਾ ਜਿਹੜਾ ਪੁੱਤਰ ਹੈ ਨਾ, ਬਹੁਤ ਜ਼ਿਆਦਾ ਸੋਹਣੇ ਦਿਮਾਗ ਵਾਲਾ ਹੈ, ਬਹੁਤ ਸਿਆਣਾ ਹੈ। ਪਾਰਸੀ ਇਲਮ ਜੋ ਕਠਨ ਸਿੱਖਿਓ ਵੇ ਗਹੀ। ਜਿਹੜਾ ਫਾਰਸੀ ਦੀ ਵਿੱਦਿਆ ਹੈ ਨਾ, ਜਿਹੜੀ ਬੜੀ ਕਠਨ ਹੈ, ਇਹ ਛੇਤ ਕੋਈ ਸਿੱਖ ਗਿਆ। ਆਏ ਮੁਖ ਦੇਖੈ ਕਰੈ ਇਲਮ ਪਰਖੈ ਨਰ। ਆਉਂਦੇ ਨੇ ਸਾਰ ਸੰਤ ਜੀ ਲੋਕ, ਤੇ ਗੁਰੂ ਪਾਤਸ਼ਾਹ ਜਿਹੜੇ ਮੁਖੜੇ ਨੂੰ ਵੇਖਦੇ ਨੇ, ਤੇ ਗੁਰੂ ਸਾਹਿਬ ਜੀ ਦੀ ਵਡਿਆਈ ਹੈ ਨਾ ਜਿਹੜੀ, ਉਹ ਵੇਖ ਕੇ ਤੇ ਫਿਰ ਜੋ ਇਲਮ ਹੈ, ਜੋ ਗਿਆਨ ਹੈ, ਸਤਿਗੁਰੂ ਮਹਾਰਾਜ ਉਹਦੀ ਪਰਖ ਕਰਦੇ ਨੇ। ਸੁਨ ਸੁਨ ਵੈਨ ਕੋ ਵਿਸਾਲ ਵਿਸਮੈ ਗਾਹੀ। ਤੇ ਸਤਿਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਸੁਣ ਕੇ ਸਾਰ ਸੰਤ ਜੀ ਉਹ ਜਿਹੜੇ ਆਪਣਾ ਮੌਲਾਨਾ ਸਾਹਿਬ ਜੀ ਹਨ, ਬਹੁਤ ਜਿਹੜਾ ਹੈਰਾਨ ਹੋ ਰਹੇ ਨੇ। ਮਿਲਤ ਪਰਸ ਪਰ ਕਰਤ ਸੁਜ ਸਵਰ। ਤੇ ਮਨ 'ਚ ਖਿਆਲ ਕੀਤਾ ਮਨਾ ਵੀ ਲੋਕ ਆਪਸ ਵਿੱਚ ਹੀ ਮਿਲ ਮਿਲ ਕਰਕੇ ਇਹਨਾਂ ਦਾ ਉਜਲਾ ਜਸ ਕਰਦੇ ਨੇ, ਵਡਿਆਈ ਕਰਦੇ ਨੇ। ਵੈਸ ਲੱਖ ਦੇਖੀਆਤ ਮੁਖੀ ਬਸੇ ਕਹੀ। ਇਹਨਾਂ ਦੀ ਉਮਰ ਤਾਂ ਥੋੜੀ ਵੇਖੀ ਦੀ ਹੈ, ਪਰ ਬੁੱਧੀ ਬਹੁਤ ਜ਼ਿਆਦਾ ਹੈ। ਮਦਰ ਵਚਨ ਸੁਨ ਹਿੰਦੂ ਔ ਤੁਰਕ ਸਾਵ। ਤੇ ਇਹਨਾਂ ਦੇ ਮਿੱਠੇ ਮਿੱਠੇ ਬਚਨ ਸੁਣ ਕੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਤੁਰਕ ਹੈ, ਸਾਰੇ ਦੇ ਸਾਰੇ ਪ੍ਰੀਤ
ਪ੍ਰੀਤ ਕਰ ਹਿਰਦੇ ਹਰ ਖਾਬ ਨਾ ਉਦੇਖਹੀ। ਸਾਰੇ ਪ੍ਰੀਤੀ ਕਰਕੇ ਦਿਲ ਵਿੱਚ ਖੁਸ਼ ਹੁੰਦੇ ਨੇ ਤੇ ਨਾ ਉਦੇਗ ਹੀ। ਇਹਨਾਂ ਨੂੰ ਵੇਖ ਕੇ ਕੋਈ ਵੀ ਦੁਖੀ ਨਹੀਂ ਹੁੰਦਾ, ਕੋਈ ਪਰੇਸ਼ਾਨ ਨਹੀਂ ਹੁੰਦਾ। ਮਿਰਦਲ ਮਧਰ ਮੁਖ ਬੋਲਦ ਹੈ ਬੈਨ। ਤੇ ਕੋਮਲ ਇਹਨਾਂ ਦਾ ਮੁਖੜਾ ਹੈ ਤੇ ਮਿੱਠੇ ਮਿੱਠੇ ਕੋਮਲ ਕੋਮਲ ਬਚਨ ਬੋਲਦੇ ਨੇ। ਮਾਨੋ ਦੇਤ ਉਪਦੇਸ਼ ਰਿਖ ਦੇਖ ਸਿੱਖ ਆਪਣੇ। ਮਾਲਣਾ ਕਰੋ ਵੀ ਕੋਈ ਰਿਸ਼ੀ ਮਹਾਪੁਰਸ਼ ਆਪਣੇ ਸਿੱਖਾਂ ਨੂੰ ਵੇਖ ਕੇ, ਚੇਲੇ ਬਾਲਕਿਆਂ ਨੂੰ ਵੇਖ ਕੇ ਉਹ ਸਿੱਖਿਆ ਦਿੰਦਾ ਹੋਵੇ। ਸੋ ਮਿਲੀ ਜੋ ਨਾਮ ਕੇ ਭਜਨ ਸੰਗ। ਫਾਰਸੀ ਦੇ ਨਾਲ ਜਿਹੜੀ ਬਾਣੀ ਮਿਲੀ ਹੋਈ ਹੈ ਵਾਹਿਗੁਰੂ ਦੇ ਨਾਮ ਨਾਲ, ਭਜਨ ਬੰਦਗੀ ਦੇ ਨਾਲ। ਗੰਗ ਜੈਸੀ ਬਾਣੀ ਕਲ ਕਲ ਮਲ ਖਾਪਨੇ। ਤੇ ਜਾਂ ਫਿਰ ਗੰਗਾ ਦੇ ਪਾਣੀ ਵਰਗੀ ਪਵਿੱਤਰ ਇਹਨਾਂ ਦੀ ਬਾਣੀ ਹੈ। ਜੋ ਬਚਨ ਨੇ ਇਹਨਾਂ ਦੇ ਗੰਗਾ ਦੇ ਪਾਣੀ ਵਾਂਗੂ ਪਵਿੱਤਰ ਨੇ। ਕਾਲਯੁਗ ਦੇ ਪਾਪਾਂ ਨੂੰ ਖਪਾਉਣ ਵਾਲੇ ਨੇ, ਖਤਮ ਕਰਨ ਵਾਲੇ ਨੇ। ਪੰਡਤ ਜਯੋ ਵਕਤਾ ਅਚੂਕ ਵਾਕ ਪ੍ਰੇਮ ਮੈਂ। ਤੇ ਇਹ ਪੰਡਤਾਂ ਵਾਂਗੂ ਬਹੁਤ ਜ਼ਿਆਦਾ ਸੋਹਣੇ ਵਕਤੇ ਨੇ। ਵਕਤਾ ਕਿਹਨੂੰ ਕਹਿੰਦੇ ਨੇ? ਜਿਹੜਾ ਦੂਜਿਆਂ ਨੂੰ ਸਮਝਾ ਸਕੇ, ਦੂਜਿਆਂ ਨੂੰ ਉਪਦੇਸ਼ ਦੇ ਸਕੇ। ਸੋ ਸਾਰ ਸੰਤ ਜੀ ਜਿਹੜਾ ਚੰਗਾ ਵਕਤੱਵ ਹੋਵੇ। ਅਚੂਕ ਵਾਕ ਪ੍ਰੇਮ ਮੈਂ। ਤੇ ਇਹਨਾਂ ਦੇ ਜਿਹੜੇ ਬਚਨ ਨੇ ਨਾ, ਇਹ ਪ੍ਰੇਮ ਦਾ ਹੀ ਰੂਪ ਹਨ ਤੇ ਅਚੁੱਕ ਹਨ। ਅਚੁੱਕ ਕਿਹਨੂੰ ਕਹਿੰਦੇ ਨੇ? ਜਿਹੜੇ ਸਾਰ ਸੰਤ ਜੀ ਅਭੁੱਲ ਹੋਣ, ਜਿਨ੍ਹਾਂ ਨੂੰ ਇੱਕ ਵਾਰੀ ਸੁਣ ਲਈਏ ਤੇ ਦੁਬਾਰੇ ਭੁੱਲਣ ਨਾ। ਸੁੰਦਰ ਸੁਖਦ ਜੋ ਜੋਗ ਨਰ ਜਾਪਨੇ। ਤੇ ਜਿਹੜੇ ਸੋਹਣੇ ਨੇ ਤੇ ਸੁੱਖ ਨੂੰ ਦੇਣ ਵਾਲੇ ਨੇ ਤੇ ਸਾਰੇ ਲੋਕਾਂ ਦੇ ਜਪਣ ਦੇ ਯੋਗ ਹਨ। ਮਨ ਹਿਤ ਲਾਏ ਨੁਤ ਗਾਏ ਕਰ ਜਾਏ ਨਰ। ਸੁਣਦੇ ਨੇ ਲੋਕ ਬੜੇ ਪਿਆਰ ਨਾਲ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਨੂੰ, ਤੇ ਘਰ ਵਿੱਚ ਜਾ ਜਾ ਕੇ ਤੇ ਫਿਰ ਸਤਿਗੁਰੂ ਜੀ ਦੀ ਵਡਿਆਈ ਕਰਦੇ ਹਨ, ਗਾਉਂਦੇ ਨੇ। ਕਲਾਵਾਨ ਭਇਓ ਕਲ ਕੀਰਤ ਸੋ ਤਾਪਨੇ। ਤੇ ਮਨ 'ਚ ਖਿਆਲ ਕੀਤਾ ਵੀ ਇਹ ਤਾਂ ਕਲਯੁਗ ਦੇ ਸਮੇਂ ਵਿੱਚ ਬੜੇ ਸ਼ਕਤੀ ਵਾਲੇ ਹੋਏ ਨੇ ਤੇ ਪ੍ਰਮਾਤਮਾ ਦੀ ਵਡਿਆਈ ਹੈ ਜਿਹੜੀ ਉਹਨੂੰ ਟਿਕਾਉਣ ਵਾਲੇ ਹਨ। ਸਵਈਆ ਕਾਮ ਕੇ ਕਾਮ ਤਜੇ ਟਿਕ ਜਾਵੇ। ਘਰ ਦੇ ਸਾਰੇ ਕੰਮ ਛੱਡ ਕੇ ਸਾਰ ਸੰਤ ਜੀ ਜਿਹੜੇ ਲੋਕ ਹਨ ਸਤਿਗੁਰਾਂ ਦੇ ਕੋਲ ਜਾਂਦੇ ਹਨ। ਕੀਰਤ ਮੂਰਤ ਭਾਵਤੀ ਜੀ ਕੀ। ਵੇਖਦੇ ਨੇ ਸਤਿਗੁਰੂ ਮਹਾਰਾਜ ਜੀ ਦਾ ਸੋਹਣਾ ਸਰੂਪ ਜਿਹੜਾ ਦਿਲ ਨੂੰ ਭਾਉਂਦਾ ਹੈ। ਪੂਜ ਹੈ ਬੈਨ ਸੰਦੇ ਉਠਾਏ। ਜਿਹੜੇ ਲੋਕ ਸਾਰ ਸੰਤ ਦੀ ਕੋਈ ਸ਼ੰਕਾ ਕਰਕੇ ਸਤਿਗੁਰਾਂ ਤੋਂ ਬਚਨ ਪੁੱਛਦੇ ਨੇ, ਤਤਕਾਲ ਗਿਰਾ ਮੁਖ ਨਿਕੀ। ਉਹ ਛੇਤੀ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਤੋਂ ਜਵਾਬ ਸੁਣ ਲੈਂਦੇ ਨੇ। ਤੇ ਬਹੁਤ ਸੋਹਣੀ ਬੋਲਬਾਣੀ ਹੈ ਪਾਤਸ਼ਾਹ ਜੀ ਦੀ। ਹੈ ਅਵਤਾਰ ਲਖਿਓ ਬੋ ਲੋਕਨ। ਬਹੁਤ ਜ਼ਿਆਦਾ ਲੋਕਾਂ ਨੇ ਗੱਲਬਾਤ ਜਾਣ ਲਈ ਵੀ ਇਹ ਪਰਮੇਸ਼ਰ ਦਾ ਅਵਤਾਰ ਨੇ। ਬ੍ਰਧ ਵਧੀ ਸ਼ਰਧਾ ਸੁਧ ਹੀ ਕੀ। ਫੇਰ ਕੀ ਸੀ? ਸਾਰ ਸੰਤ ਦੀ ਪਵਿੱਤਰ ਦਿਲ ਦੀ ਜਿਹੜੀ ਸ਼ਰਧਾ ਸੀ ਨਾ ਲੋਕਾਂ ਦੇ ਦਿਲ ਦੀ, ਬਹੁਤ ਜ਼ਿਆਦਾ ਵੱਧ ਗਈ। ਬੋਲਤ ਬੋਲ ਮੋਲ ਅਤੋਲ। ਸਤਿਗੁਰੂ ਮਹਾਰਾਜ ਜੀ ਜਿਹੜੇ ਬੋਲਦੇ ਨੇ ਨਾ, ਉਹਨਾਂ ਦਾ ਮੁੱਲ ਹੀ ਕੋਈ ਨਹੀਂ, ਉਹਨਾਂ ਦਾ ਤੋਲ ਵੀ ਕੋਈ ਨਹੀਂ। ਉਹ ਕਿਸੇ ਦੇ ਬਰੋਬਰ ਨਹੀਂ, ਜਾਂ ਕਹਿ ਲਓ ਸਾਰ ਸੰਤ ਦੀ ਤੁਲਨਾ ਨਹੀਂ ਹੋ ਸਕਦੀ ਵੀ ਇਹ ਇਹੋ ਜਿਹੇ ਬੋਲਦੇ ਨੇ, ਇੰਨੇ ਮਿੱਠੇ ਪਿਆਰੇ ਬੋਲਦੇ ਨੇ। ਅਡੋਲ ਮਤੀ ਹਰਨ ਵਾਲੇ ਕੀ ਤੇ ਜਾਂ ਫਿਰ ਅਡੋਲ ਮੱਤੀ। ਸਤਿਗੁਰੂ ਮਹਾਰਾਜ ਜੀ ਦੀ ਮੱਤ ਅਡੋਲ ਹੈ। ਕਿਵੇਂ? ਜਿਵੇਂ ਜ਼ੋਰ ਵਾਲੀ ਬਲਵਾਨ ਆਰਨ ਹੁੰਦੀ ਹੈ, ਨਾ ਸਾਰ ਸੰਤ ਜੀ ਲੋਹਾ ਕੁੱਟਦੇ ਨੇ ਜਿਹਦੇ ਉੱਤੇ, ਤੇ ਵੇਖ ਲਓ ਕਿੰਨੀ ਅਡੋਲ ਹੁੰਦੀ ਹੈ। ਜਿੰਨਾ ਮਰਦੀ ਆਪਣਾ ਘਣ ਖਿੱਚ ਕੇ ਮਾਰ ਲਗੇ, ਥੋੜਾ ਮਾਰ ਲਗੇ, ਡੋਲਦੀ ਹੈ, ਹਿੱਲਦੀ ਹੈ ਕਰੇ ਨਹੀਂ ਹਿੱਲਦੀ। ਐਵੇਂ ਸਾਰ ਸੰਤ ਜੀ ਗੁਰੂ ਮਹਾਰਾਜ ਸਾਹਿਬ ਜੀ ਦੀ ਜਿਹੜੀ ਮੱਤ ਹੈ ਨਾ, ਇਹ ਗਿਆਨ ਕਰਕੇ ਬੜੇ ਟਿਕਾ ਵਾਲੀ ਹੈ। ਤੇ ਜਿਹੜੇ ਗਿਆਨ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਵੀ ਬੜਾ ਟਿਕਾ ਮਿਲ ਜਾਂਦਾ ਹੈ। ਲਖਨ ਲਗੇ ਜਬ ਨਰ ਕਲਾ। ਜਦੋਂ ਸਾਰੇ ਲੋਕ ਸਾਰ ਸੰਤ ਦੀ ਗੁਰੂ ਮਹਾਰਾਜ ਜੀ ਦੀ ਕਲਾ ਨੂੰ ਐਵੇਂ ਜਾਣਨ ਲੱਗੇ। ਫੇਰਿਓ ਬਹੁਰ ਸੁਭਾਵ
ਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਆਪਣਾ ਜਿਹੜਾ ਸੁਭਾਅ ਸੀ ਨਾ, ਤੌਰ ਤਰੀਕਾ ਵਿਚਰਨ ਦਾ ਸੀ ਦੁਨੀਆ ਵਿੱਚ, ਉਹ ਫੇਰ ਲਿਆ, ਉਹਦੇ ਵੱਲ ਧਿਆਨ ਦਿੱਤਾ। ਭਏ ਵੱਲ ਅਨਜਾਨ ਸੇ ਫਿਰ ਸਤਿਗੁਰੂ ਮਹਾਰਾਜ ਜੀ ਪਰਦਾ ਪਾਉਣ ਲੱਗੇ ਵੀ ਬਹੁਤਾ ਪ੍ਰਗਟ ਹੈ ਜਿਹੜਾ ਉਹ ਚੰਗਾ ਨਹੀਂ, ਤੇ ਇਸ ਕਰਕੇ ਅਣਜਾਣ ਬੱਚਿਆਂ ਵਾਂਗੂ ਹੋ ਗਏ। ਤੀਨੋ ਆਪਨ ਪਾਵ ਤੇ ਸਤਿਗੁਰੂ ਜੀ ਨੇ ਆਪਣੇ ਆਪ ਨੂੰ ਲੁਕਾਉਣਾ ਕੀਤਾ, ਛਪਾ ਕੀਤਾ ਪਿਆਰਿਓ। ਸਵਈਆ ਪਰ ਬਾਹਰ ਜਾਏ ਤਰੇ ਤਰ ਕੈ ਤੇ ਨਗਰ ਤੋਂ ਬਾਹਰ ਜਾ ਕੇ ਸਤਿਗੁਰੂ ਜੀ ਦਰਖਤ ਦੇ ਭੁੰਜੇ ਪੈ ਜਾਂਦੇ ਨੇ। ਪਟ ਤਨ ਸਰੀਰ ਪੈ ਪੋੜੇ ਰਹੇ ਤੇ ਸਰੀਰ ਦੇ ਉੱਤੇ ਵਸਤਰ ਤਾਣ ਕੇ ਤੇ ਲੰਮੇ ਪਏ ਰਹਿੰਦੇ ਹਨ। ਨਾਹੀਂ ਬੋਲਤ ਕੋ ਬੁਲਾਵਤ ਹੈ ਨਰ ਤੇ ਗੁਰੂ ਪਾਤਸ਼ਾਹ ਜੀ ਬੋਲਦੇ ਨਹੀਂ। ਜਦੋਂ ਕੋਈ ਵੀ ਮਨੁੱਖ ਬੁਲਾਉਂਦਾ ਹੈ ਨਾ ਤਾਂ ਸਤਿਗੁਰੂ ਜੀ ਕਿਸੇ ਨਾਲ ਕੋਈ ਬਚਨ ਸਾਂਝਾ ਨਹੀਂ ਕਰਦੇ। ਦੇਖੋ ਦੇ ਅੰਤਰ ਧਿਆਨ ਲਾਹੇ ਜਿੰਨੇ ਵੀ ਲੋਕ ਨੇ ਵੇਖਦੇ ਨੇ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਅੰਤਰ ਧਿਆਨ ਹੀ ਰਹਿੰਦੇ ਹਨ, ਜਾਂ ਫਿਰ ਬੇਖੁਦ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਰ ਸੰਤ ਦੀ ਅੰਤਰ ਧਿਆਨ ਲੈ, ਅੰਦਰ ਹੀ ਆਪਣੇ ਹਿਰਦੇ ਵਿੱਚ ਹੀ ਪਰਮੇਸ਼ਰ ਦਾ ਧਿਆਨ ਹੈ ਜਿਹੜਾ ਉਹਨੂੰ ਲੈਂਦੇ ਨੇ। ਤੇ ਲੋਕਾਂ ਦੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਕੋਈ ਖੁਦ ਹੀ ਨਹੀਂ, ਕੋਈ ਪਰਵਾਹ ਨਹੀਂ ਹੈ। ਮਹਾਰਾਜ ਸਾਹਿਬ ਜੀ ਅੰਤਰ ਧਿਆਨ ਰਹਿੰਦੇ ਹਨ, ਮਗਨ ਰਹਿੰਦੇ ਨੇ। ਕਬ ਆਨ ਪਰੇ ਘਰ ਮਾਤ ਉਠਾਵਤ ਤੇ ਕਦੇ ਸਤਿਗੁਰੂ ਮਹਾਰਾਜ ਜੀ ਘਰ ਦੇ ਵਿੱਚ ਆ ਕੇ ਲੰਮੇ ਪੈ ਜਾਂਦੇ ਨੇ ਤੇ ਮਾਤਾ ਜੀ ਉਠਾਉਂਦੇ ਨੇ। ਸੋ ਪਏ ਉਠੇ ਨਹੀਂ ਮੋਨ ਗਾਹੇ ਤਾਂ ਵੀ ਸਤਿਗੁਰੂ ਜੀ ਉੱਠਦੇ ਨਹੀਂ ਤੇ ਚੁੱਪ ਹੀ ਫੜੀ ਹੋਈ ਆ ਮਹਾਰਾਜ ਨੇ। ਇੱਕ ਢੋਰ ਪਏ ਜੁਗ ਵਾਸਰ ਬੀਤੈ ਇੱਕੇ ਥਾਂ ਤੇ ਪਿਆਂ ਨੂੰ 2-2 ਦਿਨ ਬਤੀਤ ਹੋ ਜਾਂਦੇ ਨੇ। ਫੇਰ ਕੈ ਮਾਨ ਵੈਸੇ ਕਹੇ ਵੇਖ ਕੇ ਜਿੰਨੇ ਲੋਕ ਨੇ ਐਵੇਂ ਕਹਿੰਦੇ ਹਨ, ਮਤਵਾਨ ਬੜੋ ਸੁਰ ਗਿਆਨ ਕਹਿੰਦੇ ਵੀ ਬਹੁਤ ਯਾਰ ਇਹ ਬੱਚਾ ਤਾਂ ਮਤਵਾਨ ਬੁੱਧੀਵਾਨ ਸੀ ਤੇ ਇਹਨੂੰ ਤਾਂ ਦੇਵਤਿਆਂ ਵਰਗਾ ਗਿਆਨ ਸੀ। ਭਇਓ ਅਨਜਾਨ ਸਾ ਕੌਣ ਹੈ ਹਿਤੋ ਇਹ ਤਾਂ ਅਣਜਾਣ ਜਾ ਹੋ ਗਿਆ, ਇਹ ਕੀ ਕਾਰਨ ਬਣਿਆ? ਇਹ ਖੁਦ ਚਿਤ ਉਦਾਸ ਰਹੇ ਤੇ ਅਸੀਂ ਦੇਖਦੇ ਹਾਂ ਸਾਰੇ ਦੇ ਸਾਰੇ ਵੀ ਇਹ ਤੇ ਦਿਲ ਵਿੱਚ ਉਦਾਸ ਜੇ ਰਹਿੰਦੇ ਹਨ। ਕਾਛ ਹੋਤ ਭਇਓ ਪ੍ਰਸ਼ਾਵੋ ਪ੍ਰੀਤੋ ਲੋਕਾਂ ਦਾ ਕੀ ਹੈ, ਸਾਰ ਸੰਤ ਦੀ ਲੋਕਾਂ ਨੇ ਫਿਰ ਗੱਲਾਂ ਬਣਾਉਣੀਆਂ ਸ਼ੁਰੂ ਕਰਤੀਆਂ ਕਿ ਲੋਕ ਬਚਨ ਕਰਨੇ ਸ਼ੁਰੂ ਕਰ ਦਿੱਤੇ। ਕਹਿੰਦੇ ਵੀ ਇਉਂ ਜਾਪਦਾ ਵੀ ਕੋਈ ਨਾ ਪ੍ਰੇਤ ਪ੍ਰੂਤ ਇਹਨਾਂ ਨੂੰ ਚੰਬੜ ਗਿਆ, ਕੋਈ ਮਾੜਾ ਪਰਛਾਵਾਂ ਪੈ ਗਿਆ। ਹਾਏ ਉਨਮਤ ਦਸਾ ਦਿਸੇ ਆਵਤ ਇਹਨਾਂ ਦੀ ਜਿਹੜੀ ਹਾਲਤ ਹੈ ਨਾ ਸਰੀਰ ਦੀ ਦੇਖਣ ਵਿੱਚ ਇਉਂ ਆਉਂਦੀ ਹੈ ਵੀ ਜਿਵੇਂ ਕਹਿ ਲਓ ਵੀ ਮਸਤ ਹੋ ਗਏ, ਮਸਤਾਨੇ ਹੋ ਗਏ। ਸੁਧ ਨਾ ਦੇਹ ਕੀ ਵਾਹੇ ਨਿਕੇਤੋ ਇਹਨਾਂ ਨੂੰ ਆਪਣੇ ਸਰੀਰ ਦੀ ਕੋਈ ਖਬਰ ਨਹੀਂ ਹੈਗੀ, ਨਾ ਬਾਹਰ ਦੀ ਹੈ ਨਾ ਘਰ ਦੀ ਖਬਰ ਹੈ ਕੋਈ। ਨੈਣ ਭਰੇ ਨਹਿ ਨੈਣ ਉਗਾਰਤ ਨਾ ਤਾਂ ਕੋਈ ਬਚਨ ਹੀ ਕਰਦੇ ਨੇ ਤੇ ਨਾ ਨੇਤਰ ਖੋਲਦੇ ਨੇ, ਅੱਖਾਂ ਬੰਦ ਹੀ ਰੱਖਦੇ ਹਨ ਬਾਬਾ ਜੀ। ਫੇਰ ਕਹੇ ਜੋ ਜਾਣ ਨਾ ਭੇਤੋ ਉਹ ਜਿਹੜੇ ਸਾਰ ਸੰਤਰੀ ਲੋਕ ਗੁਰੂ ਪਾਤਸ਼ਾਹ ਜੀ ਦਾ ਭੇਤ ਹੀ ਨਹੀਂ ਨਾ ਜਾਣਦੇ, ਉਹ ਵੇਖ ਕੇ ਐਵੇਂ ਕਹਿੰਦੇ ਹਨ। ਕਾਲੂ ਕੋ ਚਿੰਤ ਵਧੀ ਸੁਤ ਦੇ ਜਦੋਂ ਹੁਣ ਬਾਬਾ ਮਹਿਤਾ ਕਾਲੂ ਜੀ ਨੇ ਲੋਕਾਂ ਕੋਲੋਂ ਬਚਨ ਸੁਣੇ ਤਾਂ ਬਾਬਾ ਜੀ ਨੂੰ ਵੀ ਬਹੁਤ ਜ਼ਿਆਦਾ ਚਿੰਤਾ ਹੋ ਗਈ। ਪੁੱਤਰ ਨੂੰ ਵੇਖ ਕੇ ਐਵੇਂ ਵੀ ਅੱਗੇ ਤਾਂ ਬਹੁਤ ਜ਼ਿਆਦਾ ਹੱਸਦੇ ਖੇਡਦੇ ਸੀ ਤੇ ਹੁਣ ਤਾਂ ਪੁੱਤਰ ਜੀ ਲੰਮੇ ਹੀ ਪਏ ਰਹਿੰਦੇ ਹਨ। ਕਰੇ ਜੋ ਬਤਾਇਆ ਜਿਵੇਂ ਕਿਸੇ ਨੇ ਕੋਈ ਉਪਾਅ ਢੰਗ ਤਰੀਕਾ ਦੱਸਿਆ ਬਹੁਤ ਕੀਤੇ। ਫੇਰ ਮੌਲਾਨੇ ਕੇ ਪਾਸ ਗਇਓ ਫਿਰ ਕਿਸੇ ਬਾਬਾ ਜੀ ਮੌਲਾਨਾ ਸਾਹਿਬ ਜੀ ਦੇ ਕੋਲ ਚਲੇ ਗਏ। ਸਭ ਨਾਨਕੋ ਬਿਰਤਾਂਤ ਸੁਨਾਇਆ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿੰਨਾ ਵੀ ਪ੍ਰਸੰਗ ਸੀ ਨਾ ਗੁੰਮ-ਸੁੰਮ ਹੋਣ ਵਾਲਾ ਉਹ ਦੱਸ ਦਿੱਤਾ। ਹੋਸ ਪਈ ਫਰਮੋਸ ਸਵੇਤ ਹੈ ਕਹਿੰਦਾ ਜੀ ਮੇਰਾ ਪੁੱਤਰ ਹੈ ਜਿਹੜਾ ਉਹਦੀ ਜਿੰਨੀ ਹੋਸ਼ੋ ਹਵਾਸ ਸੀ ਸਾਰੀ ਦੀ ਸਾਰੀ ਗੁੰਮ ਹੀ ਹੋ ਗਈ। ਹਾਂਜੀ ਗੁਪਤੀ ਹੋ ਗਈ, ਭੁੱਲ ਗਿਆ ਉਹਨੂੰ ਸਾਰਾ ਕੁਝ। ਗੋਬਿੰਦ ਪਾਰਸੀ ਤੋਏ ਪੜਾਇਆ ਮੌਲਾਨਾ ਸਾਹਿਬ ਜੀ ਤੁਸੀਂ ਕਿਹੋ ਜੀ ਫਾਰਸੀ ਪੜਾਉਣਾ ਕੀਤੀ, ਕਿਹੜੀ ਵਿੱਦਿਆ ਪੜਾਤੀ ਮੇਰੇ ਪੁੱਤਰ ਨੂੰ? ਆਪ ਚਲੋ ਸੁਧ ਲੀਜੀਏ ਹੀਰ ਕੈ ਬੇਨਤੀ ਹੈ ਤੁਹਾਨੂੰ ਵੀ ਆਪ ਜੀ ਚੱਲਣਾ ਕਰੋ ਤੇ ਮੇਰੇ ਪੁੱਤਰ ਨੂੰ ਵੇਖ ਕੇ ਖਬਰ ਲਓ। ਭੇਵ ਲਖੋ ਕੇ ਪਰਿਤਹਿ ਛਾਇਆ ਸਾਰਾ ਭੇਤ ਜਾਣਨਾ ਕਰੋ ਵੀ ਉਹਦੇ ਉੱਤੇ ਕੋਈ ਭੂਤ ਪ੍ਰੇਤ ਦਾ ਛਾਵਾਂ ਹੋ ਗਿਆ। ਇਹ ਦੇਖੋ ਆਪ ਜੀ। ਕਾਲੂ ਕੇ ਸੰਗ ਮੁਲਾਨਾ ਗਇਓ ਤੇ ਬਾਬਾ ਮਹਿਤਾ ਕਾਲੂ ਜੀ ਦੇ ਨਾਲ ਮੌਲਾਨਾ ਸਾਹਿਬ ਜੀ ਚਲੇ ਗਏ। ਜੈ ਨਾਨਕ ਜੀ ਧਰ ਪੌੜ ਰਹੇ
ਪਿਆਰਿਓ ਜਿਸ ਥਾਂ ਦੇ ਉੱਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਧਰਤੀ ਤੇ ਲੰਮੇ ਪਏ ਸਨ ਤਾਨ ਸੁਭਿਆਨ ਸਰੀਰ ਕੇ ਉਪਰ ਤੇ ਸਤਿਗੁਰੂ ਜੀ ਨੇ ਚਾਦਰਾ ਜਿਹੜਾ ਸਰੀਰ ਦੇ ਉੱਤੇ ਤਾਣਿਆ ਹੈ, ਕਹਿਣ ਤੋਂ ਬਾਅਦ ਵੀ ਚਾਦਰ ਲੈ ਕੇ ਪਏ ਹਨ ਬੇਗਮ ਹੀ ਅਵਨੀ ਪੈ ਆਹੇ ਤੇ ਬੇਗਮ ਹੀ, ਜਿਨ੍ਹਾਂ ਸਤਿਗੁਰਾਂ ਨੂੰ ਕੋਈ ਗਮ ਹੀ ਨਹੀਂ ਹੈਗਾ, ਗਮ ਤੋਂ ਬਿਨਾਂ ਨੇ, ਆਨੰਦ ਦੇ ਵਿੱਚ ਨੇ, ਉਹ ਸਾਰ ਸੰਤ ਦੀ ਧਰਤੀ ਦੇ ਉੱਪਰ ਭੁੰਜੇ ਲੰਮੇ ਪਏ ਨੇ। ਮਾਨਵ ਆਨ ਪਏ ਇਕੱਠੇ ਵੋ ਫਿਰ ਕੀ ਸੀ, ਹੋਰ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਪਿਆਰ ਕਰਨ ਵਾਲੇ ਸਨ ਸਤਿਗੁਰਾਂ ਦੇ ਆਲੇ ਦੁਆਲੇ ਇਕੱਠੇ ਹੋ ਗਏ। ਬੈਨ ਸੁਨੇ ਸਰਤ ਐਸੇ ਚਾਹੇ ਸਾਰੇ ਐਵੇਂ ਚਾਹੁੰਦੇ ਨਹੀਂ ਵੀ ਆਪਾਂ ਵੀ ਗੱਲਬਾਤ ਸੁਣੀਏ ਕੰਨ ਵਿੱਚ, ਵੀ ਕੀ ਗੱਲਬਾਤ ਹੋ ਰਹੀ ਹੈ, ਕੀ ਕਾਰਨ ਹੈ। ਹੈਰਾਨ ਸਮਾਨ ਦਵੇ ਤੇ ਜਦੋਂ ਸਾਰ ਸੰਤਰੀ ਐਵੇਂ ਵੇਖਦੇ ਨੇ ਨਾ, ਤੇ ਕਵੀ ਜੀ ਕਹਿੰਦੇ ਵੀ ਸਾਰੇ ਦੇ ਸਾਰੇ ਨਾ ਹੈਰਾਨ ਜਿਹੇ ਹੋ ਜਾਂਦੇ ਹਨ। ਤੇ ਹੈਰਾਨ ਜੇ ਹੋ ਕੇ ਮਨ ਹੋਏ ਹੈਰਾਨ ਸੋ ਬਾਗ ਗਏ ਤੇ ਮਨ ਦੇ ਵਿੱਚ ਸਾਰ ਸੰਤ ਜੀਓ ਹੈਰਾਨ ਹੋ ਕਰਕੇ ਐਵੇਂ ਬਚਨ ਕਹਿੰਦੇ ਹਨ, ਮਨ ਹੋਏ ਹੈਰਾਨ ਸੋ ਵਾਕ ਕਹੈ। ਤੇ ਮਨ ਨੂੰ ਚੁਰਾਏ ਜਾਣ ਵਾਲੇ, ਹਰੇ ਜਾਣ ਵਾਲੇ ਜਿਹੜੇ ਬਚਨ ਹਨ, ਲੋਕ ਕਹਿੰਦੇ ਨੇ ਕਬਤ ਜਾਇ ਕੇ ਮਲਾਨੇ ਨੇ ਦੁਆਏ ਕਰੀ ਵੈਸ ਢੱਡ ਕਵੀ ਜੀ ਕਹਿੰਦੇ ਜਾਏ ਕੇ ਮੌਲਾਨੇ ਨੇ ਦੁਆਏ ਕਰੀ ਬੈਸ ਢਿੱਗ। ਸਾਰ ਸੰਤ ਜੀ ਮੌਲਾਨਾ ਸਾਹਿਬ ਨੇ ਨਾ ਜਾ ਕੇ ਸਤਿਗੁਰੂ ਮਹਾਰਾਜ ਜੀ ਦੇ ਕੋਲੇ ਸਾਰ ਸੰਤ ਦੀ ਫਿਰ ਦੁਆ ਕੀਤੀ ਤੇ ਦੁਆ ਪੜ੍ਹਨਾ ਕੀਤੀ। ਤੁਮ ਪਰ ਮਿਹਰ ਸੋ ਪਰਵਤਗਾਰ ਕੇ ਆਖਿਆ ਵੀ ਪੇ ਪੁੱਤਰ ਤੇਰੇ ਉੱਪਰ ਮਿਹਰ ਹੋਵੇ ਉਸ ਪਰਵਤਗਾਰ ਵਾਹਿਗੁਰੂ ਪਰਮੇਸ਼ਰ ਦੀ। ਵੈਸ ਲਗ ਮਾਹੇ ਪਈ ਸੁਮੇਖੀ ਵਸੇਕ ਦਵ ਛੋਟੀ ਉਮਰ ਦੇ ਵਿੱਚ ਤੁਹਾਡੀ ਜਿਹੜੀ ਬੁੱਧੀ ਸੀ ਬਹੁਤ ਜ਼ਿਆਦਾ ਹੋਈ। ਗੇਰਾ ਮੁਖ ਮਧੁਰੀ ਸਭਨ ਹਿਤਕਾਰ ਕੇ ਤੇ ਬਹੁਤ ਜ਼ਿਆਦਾ ਮਿੱਠੇ ਬੋਲ ਸਨ ਤੁਹਾਡੇ, ਤੇ ਤੁਹਾਡੀ ਬੋਲ ਬਾਣੀ ਬੜੀ ਮਿੱਠੀ ਸੀ, ਸਾਰਿਆਂ ਦੇ ਭਲੇ ਵਾਲੀ ਤੇ ਪਿਆਰ ਵਾਲੀ। ਸਭ ਹੈ ਸੁਭਾਉ ਭਰਿਓ ਭਾਉ ਸੋ ਸਭਨ ਸੰਗ ਤੇ ਤੁਹਾਡਾ ਸੁਭਾਅ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੇ ਭਰਿਓ ਭਾਉ ਸੋ ਸਭਨ ਸੰਗ, ਤੇ ਸਾਰਿਆਂ ਨਾਲ ਪ੍ਰੇਮ ਹੈ ਜਿਹੜਾ ਤੁਹਾਡਾ ਭਰਿਆ ਹੋਇਆ ਹੈ। ਕੋ ਪ੍ਰਭਾਉ ਰੀਤ ਜਸ ਵਿਸਤਾਰ ਕੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਬਹੁਤ ਤੇਜ ਪ੍ਰਤਾਪ ਵਧੇਗਾ, ਤੇ ਕਿਉਂਕਿ ਤੁਹਾਡੀ ਜਿਹੜੀ ਮਰਿਆਦਾ ਹੈ ਨਾ, ਇਹ ਪਰਮਾਤਮਾ ਦਾ ਜਸ ਫੈਲਾਉਣ ਵਾਲੀ ਹੈ। ਤੇ ਦੂਸਨ ਕੋ ਕਾਰਨ ਹੈ ਕੌਣ ਤੇ ਆਪ ਜੀ ਸਾਨੂੰ ਦੱਸਣਾ ਕਰੋ, ਤੁਸੀਂ ਮੁਖ ਤੋਂ ਚੁੱਪ ਕਿਉਂ ਰੱਖੀ ਹੋਈ ਹੈ, ਚੁੱਪ ਕਿਉਂ ਧਾਰਨ ਕੀਤੀ ਹੈ, ਕੀ ਕਾਰਨ ਹੈ ਤੁਹਾਡੇ ਚੁੱਪ ਰਹਿਣ ਦਾ, ਇਹ ਦੱਸੋ ਸਬੱਬ ਕੀ ਹੈ। ਤੁਮੇ ਤਾਤ ਸੁਧ ਤਜੀ ਕਰ ਵਾਰ ਕੇ ਦੇਖ ਪੁੱਤਰ ਨਾਨਕ, ਦੇਖਣਾ ਕਰ ਧਿਆਨ ਦੇ ਨਾਲ, ਤੁਹਾਡੇ ਜਿਹੜੇ ਪਿਤਾ ਜੀ ਨੇ ਨਾ, ਉਹਨੇ ਤੇਰੀ ਇਹ ਹਾਲਤ ਵੇਖ ਕੇ ਆਪਣੇ ਘਰ-ਬਾਰ ਦੀ ਸਾਰੀ ਖਬਰ ਛੱਡ ਦਿੱਤੀ ਹੈ, ਉਹਨੇ ਕੰਮਕਾਰ ਛੱਡ ਦਿੱਤਾ ਹੈ। ਮਸਤ ਕਰੀ ਨਾਨਕ ਦਵੇ ਕਹਿੰਦੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਚੁੱਪੀ ਧਾਰਨ ਕਰੀ ਰੱਖੇ, ਨਾ ਉਤਰ ਕੋਏ ਕੋਈ ਅੱਗੋਂ ਜਵਾਬ ਨਹੀਂ ਦੇਣਾ ਕੀਤਾ ਪਿਆਰਿਓ। ਭਇਓ ਮੁਲਾਰ ਦੇ ਤੇ ਮੁੱਲਾ ਸਾਹਿਬ ਜੀ ਦਿਲ ਵਿੱਚ ਬਹੁਤ ਜਿਹੜਾ ਦੀਨ ਹੋਏ, ਦੁਖੀ ਹੋਏ ਤੇ ਨਿਮਰਤਾ ਵਿੱਚ ਹੋਏ। ਬਚਨ ਰੁਗੋਏ ਫਿਰ ਆਪਣੇ ਮੁਖ ਤੋਂ ਇਉਂ ਆਖਿਆ, ਆਏ ਕਰੇ ਨਰ ਪਾਸ ਜਿਤੈ ਆਖਿਆ ਦੇਖੋ ਜੀ ਆ ਕੇ ਖਲੋਤੇ ਨੇ, ਜਿੰਨੇ ਵੀ ਤੁਹਾਡੇ ਕੋਲ ਬੰਦੇ ਖਲੋਤੇ ਨੇ, ਤਬ ਬੈਨ ਸੁਨੇ ਮਨ ਚਾਹੇ ਇਹੀ, ਇਹਨਾਂ ਦੇ ਮਨ ਦੀ ਇਹੋ ਚਾਹਨਾ ਹੈ ਵੀ ਤੁਹਾਡੇ ਬਚਨਾਂ ਨੂੰ ਸੁਣੀਏ। ਆਨਨ ਤੇ ਨਹਿ ਬੋਲਤ ਹੋ ਬਚ ਤੁਸੀਂ ਆਪਣੇ ਮੁਖੜੇ ਤੋਂ ਕੋਈ ਵੀ ਬਚਨ ਨਹੀਂ ਬੋਲਦੇ, ਰੰਜੂਰ ਦੇ ਸਭ ਹੀ ਸਾਰਿਆਂ ਦੇ ਦਿਲ ਵਿੱਚ ਇਸ ਗੱਲ ਦਾ ਦੁੱਖ ਹੋ ਰਿਹਾ ਹੈ। ਕਹੇ ਤੁਮ ਬੋਲੋ ਥੋਰ ਸਾ ਹੇ ਨਾਨਕ, ਮੇਰੇ ਕਹਿਣ ਤੇ ਤੁਸੀਂ ਥੋੜਾ ਜਿਹਾ ਤਾਂ ਬੋਲੋ। ਹੈਰਾਨੀ ਸੋ ਕੈਸੇ ਕਹੇ ਤੇ ਅਸੀਂ ਬੜੀ ਹੈਰਾਨੀ ਮੰਨੀ ਹੈ, ਸੋ ਕੈਸੇ ਕਹੀ ਵੀ ਤੁਸੀਂ
ਵਾਹਿਗੁਰੂ ਮੇਰੇ ਕਹੇ ਹੀ ਥੋੜ੍ਹਾ ਜਿਹਾ ਬੋਲ ਲੈਣਾ ਕਰੋ। ਆਖੋ ਤਾਂ ਸਹੀ ਤੁਸੀਂ ਕਿਹੜੀ ਕੋਲ ਇੰਨੀ ਤਗੜੀ ਹੈਰਾਨੀ ਮੰਨੀ ਐ। ਏਤ ਖੁਦਾਏ ਉਠੋ ਇੱਕ ਵਾਰ, ਤਾਂ ਉਸ ਵੇਲੇ ਆਖਿਆ ਯਾ ਨਾਨਕ ਖੁਦਾ ਦੇ ਵਾਸਤੇ ਇੱਕ ਵਾਰ ਤਾਂ ਉੱਠ, ਪੁਕਾਰ ਕਰੋ ਜੈਸੇ ਅਹੀ। ਜਿਵੇਂ ਤੇਰੇ ਦਿਲ ਵਿੱਚ ਹੈ ਨਾ ਉਹ ਤੂੰ ਆਪਣੀ ਰਸਨਾ ਤੋਂ ਉਚਾਰਨ ਕਰਕੇ ਦੱਸ। ਮੁੱਲਾ ਕੇ ਸੁਣਵੈਨ, ਤੋ ਸਾਰ ਸੰਤਰੀ ਮੌਲਾਨਾ ਸਾਹਿਬ ਦੇ ਇਹ ਬਚਨ ਸੁਣ ਕੇ ਦੀਨ ਅਤ ਜੋ ਪਇਓ, ਜਿਹੜੇ ਬਹੁਤ ਜਿਹੜਾ ਨਿਮਰਤਾ ਦੇ ਸਹਿਤ ਹੋ ਗਏ ਸਨ, ਦਿਲ ਵਿੱਚ ਦੁਖੀ ਹੋਏ ਸਨ, ਬਾਹਰੋਂ ਹੇਤ ਖੁਦਾਏ। ਫੇਰ ਸਾਰ ਸੰਤਰੀ ਮੁੱਲਾ ਸਾਹਿਬ ਜੀ ਨੇ ਕੀ ਕੀਤਾ ਵੀ ਖੁਦਾ ਦਾ ਵਾਸਤਾ ਪਾਤਾ ਵੀ ਯਾ ਨਾਨਕ ਤੈਨੂੰ ਖੁਦਾ ਦਾ ਵਾਸਤਾ ਹੀ, ਰਸਨਾ ਤੋਂ ਕੁਝ ਤਾਂ ਬੋਲ, ਪਰਮੇਸ਼ਰ ਦਾ ਵਾਸਤਾ ਪਾਇਆ। ਨਾਮ ਮੁਖ ਤੇ ਕਹਿਓ, ਕਿਉਂ ਪਰਮੇਸ਼ਰ ਦਾ ਨਾਮ ਮੁਖ ਤੋਂ ਕਹਿ ਦਿੱਤਾ, ਖੁਦਾ ਦਾ ਵਾਸਤਾ ਪਾਇਆ। ਦੋਨੋਂ ਚਸ਼ਮ ਕੁਸਾਦ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਦੋਵੇਂ ਜਿਹੜੇ ਚਸ਼ਮ ਨੇਤਰ ਸਨ ਸਾਰ ਸੰਤਰੀ ਕੁਸ਼ਾਦ ਤੋਂ ਭਾਵ ਖੋਲਣਾ ਕੀਤੇ, ਨਿਸ ਸਤ ਹੈ ਸਾਮੋਏ। ਤੇ ਆਪਣਾ ਸਾਰ ਸੰਤਰੀ ਮੁੱਲਾ ਜੀ ਦੇ ਸਾਹਮਣੇ ਪਾਤਸ਼ਾਹ ਜੀ ਚੌਂਕੜਾ ਮਾਰ ਕੇ ਬੈਠ ਗਏ। ਉਹ ਬੋਲੇ ਰਾਗ ਤਲੰਗ, ਤੇ ਹੋ ਸਾਰ ਸੰਤ ਜੀ ਛੰਦ ਦੀ ਚਾਲ ਅੜਿਲ ਜਿਹੜਾ ਆਵੇ ਨਾ ਤੇ ਆਪਾਂ ਅਖੀਰ ਤੇ ਹੋ ਆਉਂਦਾ ਹੀ ਹੁੰਦਾ ਹੈ। ਜਿਵੇਂ ਆਪਾਂ ਪੜ੍ਹਦੇ ਅੜਿਲ ਸੁਣੈ ਗੁੰਗ ਜੋ ਯਾਹੇ, ਸੋ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ, ਚਤੁਰਤਾ ਆਵੇ ਦੁਖ ਦਰਦ ਭਾਉ, ਨਿਕਟ ਨਾ ਤਿਨ ਨਰ ਕੇ ਰਹਿ। ਤੇ ਸਾਰ ਸੰਤ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹਿ, ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ। ਅਖੀਰਲੀ ਪੰਕਤੀ ਵਿੱਚ ਹੋ ਆਉਂਦਾ ਹੈ। ਅੜਿਲ ਦੀ ਸਾਰ ਸੰਤਰੀ ਅਖੀਰਲੀ ਜਿਹੜੀ ਪੰਕਤੀ ਹੁੰਦੀ ਉਹਦੇ 'ਚ ਹੋ ਆਉਂਦਾ ਹੀ ਆਉਂਦਾ ਹੁੰਦਾ ਹੈ। ਆਪਾਂ ਦੂਆ ਅਰਥ ਇਹ ਕਰ ਸਕਦੇ, ਹੋ ਦਾ ਅਰਥ ਹੈ ਭਾਈ ਬੋਲੇ ਰਾਗ ਤਲੰਗ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਲੰਗ ਰਾਗ ਦੇ ਅੰਦਰ ਸ਼ਬਦ ਬੋਲੇ, ਸ਼ਬਦ ਜੋ ਦੁੱਖ ਦਹੈ, ਜਿਹੜਾ ਸ਼ਬਦ ਸਾਰਿਆਂ ਹੀ ਦੁੱਖਾਂ ਨੂੰ ਸਾਰ ਸੰਤਰੀ ਸਾੜ ਦੇਣ ਵਾਲਾ ਨਾ, ਮਹਾਰਾਜ ਸਾਹਿਬ ਜੀ ਐਸਾ ਜਿਹੜਾ ਸ਼ਬਦ ਸੀ ਉਹ ਫਿਰ ਤਲੰਗ ਰਾਗ ਦੇ ਅੰਦਰ ਬੋਲੇ। ਅੱਜ ਸਾਰ ਸੰਤਰੀ ਆਜ ਨੇ ਕਿਰਪਾ ਕਰਕੇ ਮਿਹਰ ਤਰਸ ਕਰਕੇ ਇੰਨੀ ਕੁ ਸਾਰ ਸੰਤਰੀ ਹਾਜ਼ਰੀ ਪ੍ਰਵਾਨ ਕਰਨੀ। ਕਈ ਵਾਰ ਸਾਰ ਸੰਤਰੀ 5 ਮਿੰਟ ਵੱਧ ਲੱਗਦੇ ਜਾਂ 5 ਮਿੰਟ ਘੱਟ ਲੱਗਦੇ, ਉਹਦਾ ਕਾਰਨ ਕੀ ਹੈ? ਜਿੰਨਾ ਚਿਰ ਤੱਕ ਬਚਨ ਕਿਸੇ ਪਾਸੇ ਨਾ ਲੱਗੇ, ਕਥਾ ਕਿਸੇ ਬਿਲੇ ਨਾ ਲੱਗੇ, ਉਹਨਾਂ ਚਿਰ ਤੱਕ ਨਾ ਕਰਨ ਵਾਲੇ ਨੂੰ ਆਨੰਦ ਆਉਂਦਾ ਹੁੰਦਾ ਤੇ ਨਾ ਸੁਣਨ ਵਾਲੇ ਨੂੰ ਆਨੰਦ ਆਉਂਦਾ ਹੁੰਦਾ। ਤਾਂ ਸਾਰ ਸੰਤ ਜੀ ਉਹ ਇਹੀ ਕਾਰਨ ਹੈ ਵੀ ਜਦੋਂ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਹਾਂ ਵੀ ਪ੍ਰਸੰਗ ਲੰਮਾ ਹੋ ਜਾਣਾ, ਜੇ ਅੱਗੋਂ ਪ੍ਰਸੰਗ ਹੋ ਆਰੰਭ ਕਰ ਲਿਆ ਤਾਂ ਫਿਰ 5 ਮਿੰਟ ਪਹਿਲਾਂ ਕਰ ਦਈਦੀ ਹੈ। ਅਤੇ ਜਦੋਂ ਵੇਖੀਦਾ ਵੀ ਹਾਂ ਵੀ ਆਨੰਦ ਜਿਹਾ ਆਉਂਦਾ ਹੋਰ, ਅਤੇ ਇਹ ਗੱਲ ਹਜੇ ਮਹਾਰਾਜ ਸਾਹਿਬ ਦੇ ਬਚਨ ਕਿਸੇ ਟਿਕਾਣੇ ਨਹੀਂ ਲੱਗਿਆ, ਵਿਸ਼ਰਾਮ ਦੇਣ ਵਾਲੀ ਜਗ੍ਹਾ ਨਹੀਂ ਹੈਗੀ ਗੀ, ਤਾਂ ਸਾਰ ਸੰਤ ਜੀ ਫਿਰ ਉਹਦੇ 5 ਮਿੰਟ ਹੋਰ ਵੱਧ ਲਾ ਲਈਦੇ ਆ। ਸੋ ਇਹੀ ਕਾਰਨ ਹੈ ਜੀ, ਕਿਰਪਾ ਕਰਕੇ ਮਿਹਰ ਤਰਸ ਕਰਕੇ ਮਾਫੀ ਬਖਸ਼ਣੀ ਜੀ, ਅਗਾਂਹ ਵਾਸਤੇ ਸਮੱਤ ਬਖਸ਼ਣੀ। ਹੁਣ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੋਨੋਂ ਚਸ਼ਮ ਕੁਸ਼ਾਦ, ਨਿਸ ਸਤੈ ਸਾਮੇ। ਹੋ ਬੋਲੇ ਰਾਗ ਤਿਲੰਗ, ਸ਼ਬਦ ਜੋ ਦੁਖ ਦਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।